जिन्ने नैशनल चैनल हैगे ने वो बेतुकियां गल्लां ते अपना चाइना ते गल कोई नहीं कर रहा, ऑर्ਡੀਨੈਂਸ ते गल कोई नहीं कर रहा, बेरोजगारी ते गल नहीं कोई कर रहा। ਅੱਜ ਦੇ ਅਹਿਮ ਮੁੱਦੇ ਤਾਂ ਸੁਸ਼ਾਂਤ ਕੁਮਾਰ ਤੇ ਕੰਗਣਾ ਹੀ ਹੋ ਗਏ ਨਾ। ਮੇਰੀ ਗੱਲ ਨਹੀਂ ਸਮਝਦੇ ਪਏ ਉਹ ਨਾ। ਮੇਰਾ ਕਹਿਣ ਦਾ ਮਤਲਬ ਇਹ ਤਾਂ ਹੁਣ ਉਹ ਇਹ ਜਿਹੜਾ ਨੈਰੇਟਿਵ ਹੈ ਇਹ ਦੱਸਦਾ ਪਿਆ ਵੈ ਕਿ ਵੀ ਹੁਣ ਅਲਟੀਮੇਟਲੀ ਲੋਕੀ ਉਹ ਵੀ ਤਾਂ ਉਹਨਾਂ ਨੂੰ ਦੇਖਣਾ ਬੰਦ ਕਰ ਦੇਣਗੇ, ਕਿਉਂਕਿ ਗੱਲ ਤਾਂ ਇਹ ਵੈ ਨਾ ਵੀ ਜਿਹੜਾ ਜੁੱਤਾ ਮੈਂ ਪਾਇਆ ਮੈਨੂੰ ਤਕਲੀਫ ਦੇ ਰਿਹਾ ਵੈ, ਮੈਨੂੰ ਤਾਂ ਆਪਣੇ ਜੁੱਤੇ ਨਾਲ ਮਤਲਬ ਹੈ। ਮੈਨੂੰ ਤਾਂ ਆਹ ਮਤਲਬ ਹੈ ਵੀ ਮੇਰੇ ਘਰੇ ਰੋਟੀ ਬਚਦੀ ਕਿ ਨਹੀਂ ਬਚਦੀ, ਮੈਨੂੰ ਕੋਈ ਕਮਾਈ ਹੁੰਦੀ ਕਿ ਨਹੀਂ ਹੁੰਦੀ, ਮੇਰੇ ਬੱਚਿਆਂ ਨੂੰ ਬੇਰੁਜ਼ਗਾਰ ਮਿਲਦਾ ਕਿ ਨਹੀਂ ਮਿਲਦਾ। ਮੁੱਦੇ ਤਾਂ ਆਹ ਨੇ। ਅਕਾਲੀ ਦਲ ਵੱਲੋਂ ਕੱਲ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਸੋ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾਈਆਂ ਜਾ ਰਹੀਆਂ ਅਕਾਲੀ ਦਲ ਵੱਲੋਂ ਵੀ ਅਕਾਲੀ ਦਲ ਜਿਹੜਾ ਕਿਸਾਨਾਂ ਦਾ ਮਸੀਹਾ ਹੈਗਾ। ਤੁਸੀਂ ਬੀਬੀ ਬਾਦਲ ਦੇ ਅਸਤੀਫੇ ਨੂੰ ਕੀ ਮੰਨਦੇ ਹੋ, ਕੀ ਉਹਦਾ ਰਾਜਨੀਤਿਕ ਭਵਿੱਖ ਹੋਏਗਾ ਅੱਗੇ? ਅਸਤੀਫਾ ਇਹਨਾਂ ਨੂੰ ਉਸ ਦਿਨ ਦੇਣਾ ਚਾਹੀਦਾ ਸੀਗਾ ਜਿਸ ਦਿਨ ਇਹ ਕੈਬਨਿਟ ਦੇ ਵਿੱਚ ਇਹ ਐਜ਼ ਅ ਏਜੰਡਾ ਆਈਟਮ ਆਇਆ। ਉੱਥੇ ਗੱਲ ਹੋਈ ਕਿ ਵੀ ਅਸੀਂ ਇੱਕ ਆਰਡੀਨੈਂਸ ਲੈ ਕੇ ਆਣੇ, ਇਹਨਾਂ ਨੂੰ ਤੁਰੰਤ ਉੱਥੋਂ ਵਾਕਆਊਟ ਕਰਕੇ ਅਸਤੀਫਾ ਦੇ ਦੇਣਾ ਚਾਹੀਦਾ ਸੀ। ਸਾਰਿਆਂ ਦਾ ਬੜਾ ਵੱਡਾ ਐਲੀਗੇਸ਼ਨ ਹੈ ਕਿ ਸੁਖਬੀਰ ਸਿੰਘ ਬਾਦਲ ਵੱਡਾ ਬਿਜ਼ਨਸਮੈਨ ਤਾਂ ਹੈਗਾ ਵਾ ਪਰ ਸਿਆਣਾ ਪੋਲੀਟੀਸ਼ੀਅਨ ਨਹੀਂ ਹੋ ਸਕਦਾ। ਉਹ ਹਰ ਚੀਜ਼ ਨੂੰ ਬਿਜ਼ਨਸ ਦੇ ਨਜ਼ਰੀਏ ਨਾਲ ਦੇਖਦਾ ਵਾ। ਹੁਣ ਮੈਨੂੰ ਤਾਂ ਇਹ ਨਹੀਂ ਲੱਗਦਾ, ਮੈਨੂੰ ਨਹੀਂ ਪਤਾ ਕਿ ਵੀ ਇਹ ਗਠਬੰਧਨ ਰਹੇਗਾ ਕਿ ਨਹੀਂ ਰਹੇਗਾ, ਪਰ ਜੇ ਕੋਈ ਮਾੜੀ ਮੋਟੀ ਕਿਸੇ ਨੂੰ ਸਿਆਣਪ ਹੈ ਜਾਂ ਕੋਈ ਗੱਲ ਸਮਝਦਾ ਵਾ ਤੇ ਇਹ ਗਠਬੰਧਨ ਟੁੱਟੇਗਾ। ਮੈਂ ਇਹ ਸਮਝਦਾ ਹੈਗਾ ਮੈਂ ਕਿ ਅਕਾਲੀ ਜਿਹੜੇ ਵਰਕਰ ਹੈਗੇ ਆ ਉਹ ਸਾਡੇ ਨਾਲੋਂ ਵੀ ਜ਼ਿਆਦਾ ਹਤਾਸ਼ ਨੇ। ਪੰਜਾਬ ਦਾ ਤਾਂ ਗੁੱਸਾ ਹੈ ਹੀ ਹੈ, ਉਹ ਵੀ ਇਹਨਾਂ ਤੇ ਗੁੱਸੇ ਨੇ ਵੀ ਇਹ ਸਾਡੀ ਕਿਹੋ ਜਿਹੀ ਲੀਡਰਸ਼ਿਪ ਆ ਗਈ ਹੈ। ਵੀ ਇਹ ਲੀਡਰਸ਼ਿਪ ਤਾਂ ਸਾਨੂੰ ਇਹੋ ਜਿਹੀ ਚਾਹੀਦੀ ਸੀ ਜਿਹੜੀ ਕਿਸਾਨਾਂ ਦੀ ਬਾਹ ਫੜੇ, ਆਪਣੇ ਆਪ ਨੂੰ ਚਾਹੇ ਬਰਬਾਦ ਕਰ ਲਈਏ ਪਰ ਇਹਨਾਂ ਨੂੰ ਤਾਂ ਬਚਾਵੇ। ਇਹ ਆਪਣਾ ਘਰ ਬਚਾਉਣ ਦੇ ਚੱਕਰ 'ਚ ਉਹੀ 2-3 ਕੁਝ ਸਿਕਿਉਰਿਟੀ ਗਾਰਡ, ਕੁਝ ਇਹਨਾਂ ਦੇ ਪੁਰਾਣੇ ਜਿਹੜੇ ਕੋਈ ਕੀਤੇ ਜਿਹੜੇ ਇਹੋ ਜਿਹੇ ਕਾਰਨਾਮੇ ਆ ਜਿਨ੍ਹਾਂ ਦੀ ਗਿੱਚੀ ਜਿਹੜੀ ਹੈਗੀ ਆ ਉਹ ਅਸੀਂ ਕੇਂਦਰ ਦੇ ਵਿੱਚ ਹੈ। ਬਾਸਮਤੀ ਜਿਹਦੀ MSP ਤੁਸੀਂ 2400 ਰੁਪਏ ਰੱਖੀ ਹੋਈ ਹੈ ਉਹ 34% ਡਾਊਨ ਹੋ ਕੇ 1651 ਰੁਪਏ ਦੀ ਵਿਕੀ ਹੈਗੀ। ਤੁਸੀਂ ਮੇਰੀ ਗੱਲ ਸੁਣੋ ਤੇ ਇਹਦਾ ਮਤਲਬ ਫਿਰ MSP ਦਾ ਕੀ ਮਤਲਬ ਹੋਇਆ? BJP ਨੂੰ ਇਹ ਗੱਲ ਸਮਝ ਆ ਗਈ ਹੈ ਕਿ ਜਿਹੜੀ ਜਨਰੇਸ਼ਨ ਜਿਹੜੀ ਲੀਡਰਸ਼ਿਪ ਹੈਗੀ ਹੈ ਅਕਾਲੀ ਦਲ ਦੀ, ਇਹ ਵਪਾਰੀਆਂ ਦੀ ਲੀਡਰਸ਼ਿਪ ਹੈਗੀ ਹੈ। ਇਹ ਬੰਦੇ ਆਪਣਾ ਵੇਖਦੇ ਆ, ਇਹਨਾਂ ਦੇ ਵਿੱਚ ਗਰੀਡ ਬਹੁਤ ਜ਼ਿਆਦਾ ਹੈਗੀ ਹੈ ਤੇ ਇਹਨਾਂ ਨੂੰ ਅਸੀਂ ਕੋਈ ਮਾੜੀ ਮੋਟੀ ਚੀਜ਼ ਜਿਹੜੀ ਹੈ ਇਹਨਾਂ ਨੂੰ ਜਿਹੜਾ ਦੇ ਦਵਾ ਕੇ ਤੇ ਅਸੀਂ ਜੋ ਮਰਜ਼ੀ ਪੋਲੀਟੀਕਲੀ ਇਹਨਾਂ ਤੋਂ ਕਰਵਾ ਲਈਏ। ਪ੍ਰਾਈਮ ਉਹਦੇ ਦੇਖ ਰਹੇ ਸਭ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸ ਨੂੰ ਲੈ ਕੇ ਪੰਜਾਬ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਜਿਹੜਾ ਉਸ ਦਾ ਵਿਰੋਧ ਜਿਹੜਾ ਜਾਰੀ ਹੈ। ਵੱਖ-ਵੱਖ ਪਾਰਟੀਆਂ ਆਪਣੇ ਪੱਧਰ ਤੇ ਉਸ ਦਾ ਵਿਰੋਧ ਜਤਾ ਰਹੀਆਂ ਨੇ। ਸੋ ਪੰਜਾਬ ਦੇ ਵਿੱਚ ਸਥਿਤੀ ਕੁਝ ਹੋਰ ਬਣੀ ਹੋਈ ਹੈ। ਅਕਾਲੀ ਜਿਹੜਾ ਕੇਂਦਰ ਦਾ ਭਾਈਵਾਲ ਸੀ ਉਸਨੇ ਕੱਲ ਆਪਣੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਆਰਡੀਨੈਂਸ ਨੂੰ ਸਹੀ ਦੱਸਿਆ ਸੀ ਤੇ ਹੁਣ ਤੱਕ ਅਕਾਲੀ ਦਲ ਇਸ ਆਰਡੀਨੈਂਸ ਨੂੰ ਲੈ ਕੇ ਦੂਜੀਆਂ ਪਾਰਟੀਆਂ ਨੂੰ ਸਫਾਈਆਂ ਦਿੰਦਾ ਆ ਰਿਹਾ ਸੀ ਜਿਹੜਾ ਮੋਦੀ ਸਰਕਾਰ ਜਿਹੜਾ ਆਰਡੀਨੈਂਸ ਹੈ ਉਹ ਸਹੀ ਹੈ। ਸੋ ਕੱਲ ਜਿਹੜਾ ਅਸਤੀਫਾ ਦੇ ਦਿੱਤਾ ਗਿਆ, ਅਸਤੀਫੇ ਦਾ ਕਾਰਨ ਕਿਸਾਨਾਂ ਦਾ ਰੋਹ ਹੈ। ਸੋ ਸਾਡੇ ਨਾਲ ਨੇ ਅੱਜ ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਮਨ ਸੁਬਰਾਮਨਿਅਮ ਜੀ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਉਹਨਾਂ ਦਾ ਇਸ ਆਰਡੀਨੈਂਸ ਤੇ ਕੀ ਕਹਿਣਾ ਹੈ ਤੇ ਇਸ ਜਿਹੜਾ ਅਸਤੀਫਾ ਦਿੱਤਾ ਗਿਆ ਬੀਬਾ ਬਾਦਲ ਵੱਲੋਂ ਉਸ ਦਾ ਪੰਜਾਬ ਦੀ ਰਾਜਨੀਤੀ ਉੱਤੇ ਕੀ ਪ੍ਰਭਾਵ ਪਏਗਾ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਧੁੰਨਾ ਜੀ। ਰਮਨ ਜੀ, ਸਵਾਲ ਪਹਿਲਾਂ ਇਹੀ ਹੈ, ਆਰਡੀਨੈਂਸ ਬਾਰੇ ਕਾਂਗਰਸ ਪਾਰਟੀ ਵਿਰੋਧ ਕਿਉਂ ਕਰ ਰਹੀ ਹੈ, ਕੀ ਕਾਰਨ ਹੈ ਸਭ ਤੋਂ ਵੱਡਾ ਇਹਦਾ ਜੀ? ਇਹਦੇ ਦੋ ਮਲਟੀਪਲ ਕਾਰਨ ਹੈ। ਇੱਕ ਤਾਂ ਇਹ ਕਿ ਵੀ ਇਹਨਾਂ ਨੇ ਜਿਹੜਾ ਫੈਡਰਲ ਸਟਰਕਚਰ ਹੈਗਾ ਵਾ ਜਿਹਦੇ ਵਿੱਚ ਆਪਾਂ ਯੂਨੀਅਨ ਲਿਸਟ, ਸਟੇਟ ਲਿਸਟ ਹੁੰਦੀ ਹੈ, ਇਹਨਾਂ ਨੇ ਸਟੇਟ ਲਿਸਟ ਦੇ ਸਬਜੈਕਟ 'ਤੇ ਇੱਕ ਆਰਡੀਨੈਂਸ, ਇੱਕ ਐਕਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਜਿਹੜਾ ਕਿ ਯੂਨੀਅਨ ਗਵਰਨਮੈਂਟ ਦਾ ਅਧਿਕਾਰ ਖੇਤਰ ਨਹੀਂ ਸੀ। ਦੂਸਰਾ ਜਿਹੜਾ ਹੈਗਾ ਵਾ ਕਿ ਵੀ ਆਰਡੀਨੈਂਸ ਜਿਹੜੇ ਹੁੰਦੇ ਨੇ ਜਦੋਂ ਕਿਸੇ ਕੰਮ ਦੀ ਬੜੀ ਐਮਰਜੈਂਸੀ ਹੋਵੇ, ਬੜਾ ਔਰ ਸੈਸ਼ਨ ਜਿਹੜਾ ਵਾ ਇਨ ਫੋਰਸ ਨਾ ਹੋਵੇ, ਉਸ ਤਰ੍ਹਾਂ ਉਦੋਂ ਲੈ ਕੇ ਆਂਦੀ, ਇਹੋ ਜਿਹੀ ਕੋਈ ਐਮਰਜੈਂਸੀ ਨਹੀਂ ਸੀ। ਇਹਨਾਂ ਨੇ ਜਿੰਨਾ ਵੀ ਆਰਡੀਨੈਂਸ ਦਾ ਇੱਕ ਬੈਕਡੋਰ ਐਂਟਰੀ ਦੇ ਥਰੂ ਇਹਨਾਂ ਨੇ ਇੱਕ ਪੈਰਲਲ ਜਿਹੜੀ ਹੈਗੀ ਹੈ ਆਪਣਾ ਸਿਸਟਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਖਾਸ ਕਰਕੇ ਪੰਜਾਬ, ਹਰਿਆਣਾ ਦੇ ਔਰ ਵੈਸਟਰਨ ਯੂਪੀ ਦੇ ਕੁਝ ਕਿਸਾਨ ਜਿੱਥੇ MSP ਸਿਸਟਮ ਲਾਗੂ ਹੈਗਾ ਵਾ, ਉਸ ਚੀਜ਼ ਨੂੰ ਇਹਨਾਂ ਨੇ ਡਿਸਮੈਂਟਲ ਕਰਨ ਦੀ ਜਾਂ ਉਸ ਨੂੰ ਚੈਲੰਜ, ਉਹਨੂੰ ਕੰਪੀਟੀਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ।
ਸਾਡਾ ਇਹ ਮੰਨਣਾ ਹੈਗਾ ਵੈ ਕਿ ਵੀ ਹਿੰਦੁਸਤਾਨ ਦੇ ਵਿੱਚ ਲਗਭਗ 76% ਆਬਾਦੀ ਜਿਹੜਾ ਵੈ ਉਹ ਸਿੱਧੇ ਅਸਿੱਧੇ ਢੰਗ ਨਾਲ ਜਿਹੜੀ ਹੈ ਐਗਰੀਕਲਚਰ ਇਕਨੋਮੀ ਤੇ ਡਿਪੈਂਡੈਂਟ ਹੈਗੀ ਹੈ। ਔਰ ਅੱਜ ਦੀ ਡੇਟ ਦੇ ਵਿੱਚ ਜਿਹੜੀ ਕਰੋਨਾ ਹੈਗੀ ਹੈ, ਉਹ ਕਰੋਨਾ ਦੇ ਨਾਲ ਸਾਨੂੰ ਸਾਰਿਆਂ ਨਾਲੋਂ ਇੰਪੋਰਟੈਂਟ ਜਿਹੜਾ ਇੱਕ ਸਟੇਟ ਦਾ ਸਬਜੈਕਟ ਹੈਗਾ ਵੈ ਕਿ ਕਿਸ ਤਰ੍ਹਾਂ ਲੋਕਾਂ ਦੀਆਂ ਇਨਕਮ ਜਿਹੜੀਆਂ ਵੈ ਐਸ਼ੋਰਡ ਰਹਿਣ, ਕਿਸ ਤਰ੍ਹਾਂ ਅਸੀਂ ਇਨਕਮ ਜਿਹੜੀ ਹੈ ਜਿਹੜੀ ਇਨਕਮ ਦੀ ਡਿਸਟ੍ਰੀਬਿਊਸ਼ਨ ਹੋਵੇ, ਔਰ ਜਿਹੜਾ ਵੈ ਕੰਸੈਂਟਰੇਸ਼ਨ ਆਫ ਵੈਲਥ ਜਿਹੜੀ ਹੈ ਔਰ ਜਾਂ ਇਨਕਮ ਕ੍ਰੀਏਟਿੰਗ ਜਿਹੜੇ ਸੋਰਸਿਸ ਆ ਉਹ ਕੁਝ ਲੋਕਾਂ ਕੋਲੇ ਨਾ ਰਹਿ ਜਾਣ। ਇਹ ਸਾਡਾ ਇਹਦੇ ਨਾਲ ਮੂਲ ਜਿਹੜਾ ਵੈ ਇਹਨਾਂ ਦਾ ਵਿਰੋਧ ਹੈਗਾ ਵੈ। ਔਰ ਇਸ ਲਈ ਅੱਜ ਦੀ ਡੇਟ ਦੇ ਵਿੱਚ ਲੋਕ ਇਸ ਚੀਜ਼ ਨੂੰ ਸਮਝ ਗਏ ਔਰ ਉਹਨਾਂ ਨੇ ਕਿਸਾਨ ਵੀਰ ਜਿਹੜੇ ਸਾਡੇ ਹੈਗੇ ਨੇ, ਸਾਡੇ ਕੈਪਟਨ ਅਮਰਿੰਦਰ ਸਿੰਘ, ਸਾਰੀ ਇੰਟਾਇਰ ਕਾਂਗਰਸ ਇਸ ਗੱਲ ਨੂੰ ਸਮਝ ਗਈ ਔਰ ਅਸੀਂ ਜਿਹੜਾ ਵੈ ਹੁਣ ਸੰਸਦ ਦੇ ਅੰਦਰ ਵੀ, ਵਿਧਾਨ ਸਭਾ ਤੇ ਸੜਕ ਤੇ ਵੀ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ। ਅਕਾਲੀ ਦਲ ਵੱਲੋਂ ਕੱਲ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਸੋ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾਈਆਂ ਜਾ ਰਹੀਆਂ ਅਕਾਲੀ ਦਲ ਵੱਲੋਂ ਵੀ। ਅਕਾਲੀ ਦਲ ਜਿਹੜਾ ਕਿਸਾਨਾਂ ਦਾ ਮਸੀਹਾ ਹੈਗਾ, ਤੁਸੀਂ ਬੀਬੀ ਬਾਲ ਦੇ ਅਸਤੀਫੇ ਨੂੰ ਕੀ ਮੰਨਦੇ ਹੋ? ਕੀ ਉਹਦਾ ਰਾਜਨੀਤਿਕ ਭਵਿੱਖ ਹੋਏਗਾ ਅੱਗੇ? ਇੱਕ ਗਾਲਬ ਦਾ ਬਹੁਤ ਮਸ਼ਹੂਰ ਸ਼ੇਰ ਹੈ, कम होंगे इस बिसात पे हम जैसे बदगुमार, जो चाल हम चले निहायत बुरी चले। मैनू कहना नहीं चाहिए, आफ्टर ऑल बड़ी पुरानी पार्टी है और पहला भी ये कैबिनेट मंत्री रहे ने, इन्हों के हसबैंड जेडे डिप्टी CM रहे ने, इन्हों के सहुरा साहब CM रहे ने। ਜਿਹੜੀ ਉਹ ਪੋਲੀਟੀਕਲ ਮੈਚੁਰਿਟੀ ਹੋਣੀ ਚਾਹੀਦੀ ਹੈ, ਜਿਹੜੀ ਉਹ ਪੋਲੀਟੀਕਲ ਸਮਝ ਹੋਣੀ ਚਾਹੀਦੀ ਹੈ ਵੀ ਕਦੋਂ ਅਸਤੀਫਾ ਦੇਣਾ ਚਾਹੀਦਾ ਸੀ। ਅਸਤੀਫਾ ਇਹਨਾਂ ਨੂੰ ਉਸ ਦਿਨ ਦੇਣਾ ਚਾਹੀਦਾ ਸੀਗਾ ਜਿਸ ਦਿਨ ਇਹ ਕੈਬਨਿਟ ਦੇ ਵਿੱਚ ਇਹ ਐਜ਼ ਅ ਏਜੰਡਾ ਆਈਟਮ ਆਇਆ, ਉੱਥੇ ਗੱਲ ਹੋਈ ਕਿ ਵੀ ਅਸੀਂ ਇੱਕ ਆਰਡੀਨੈਂਸ ਲੈ ਕੇ ਆਣੇ, ਇਹਨਾਂ ਨੂੰ ਤੁਰੰਤ ਉੱਥੋਂ ਵਾਕਆਊਟ ਕਰਕੇ ਅਸਤੀਫਾ ਦੇ ਦੇਣਾ ਚਾਹੀਦਾ ਸੀ। ਉਸ ਤੋਂ ਬਾਅਦ ਤੁਸੀਂ ਦੇਖੋ, ਜੇ ਤੁਸੀਂ ਘਟਨਾਕ੍ਰਮ ਸਮਝੋ, ਆਰਡੀਨੈਂਸ ਪਾਸ ਹੋ ਗਿਆ ਕੈਬਨਿਟ ਦੇ ਵਿੱਚੋਂ ਦੀ, ਉਸ ਤੋਂ ਬਾਅਦ ਲਗਾਤਾਰ ਇਹਨਾਂ ਦੀ ਔਰ ਇਹਨਾਂ ਦੀ ਭਾਈਵਾਲ ਦੀ ਇੱਥੇ ਮੀਟਿੰਗ ਹੋਈ ਤੇ ਉਹਨਾਂ ਨੇ ਕਿਹਾ ਕਿ ਹਾਂ ਸਾਨੂੰ ਲੋਕਾਂ ਨੂੰ ਸਮਝਾਉਣਾ ਚਾਹੀਦਾ ਵੈ ਵੀ ਇਹ ਆਰਡੀਨੈਂਸ ਬੜਾ ਅੱਛਾ ਹੈਗਾ ਵੈ। ਅਸੀਂ ਜੀ ਤੋਮਰ ਸਾਹਿਬ ਨੂੰ ਚੱਲੇ ਆ, ਤੋਮਰ ਸਾਹਿਬ ਨਾਲ ਉਹਨਾਂ ਤੋਂ ਪ੍ਰੈਸ ਕਾਨਫਰੰਸ ਕਰਾਈ, ਉਹਨਾਂ ਦੀ ਲੈਟਰ ਲੈ ਕੇ ਇੱਥੇ ਇਹ ਕੁਝ ਜਿਹੜੇ ਹੈਗੇ ਆ ਜਿਹੜੇ ਕੋਈ ਕਿਸਾਨ ਲੀਡਰ ਉਹਨਾਂ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ, ਇਹੋ ਜਿਹਾ ਕੋਈ ਡਰਾਮਾ ਵੀ ਰਚਿਆ। ਪਰ ਕੀ ਹੋਇਆ ਕਿ ਜੇ ਸਾਰਾ ਕੁਝ 3 ਮਹੀਨੇ ਤੱਕ ਬਿਲਕੁਲ ਠੀਕ ਠਾਕ ਸੀਗਾ, ਇਹ ਆਖਿਰਲੇ 2 ਦਿਨ ਜਾਂ 3 ਦਿਨ ਦੇ ਵਿੱਚ ਕਿਉਂ ਹੋਇਆ? 2-3 ਦਿਨ ਲਈ ਇਸ ਲਈ ਹੋਇਆ ਕਿ ਲੋਕ ਜਿਹੜੇ ਸੀਗੇ ਉਹ ਉੱਠ ਕੇ ਉਹਨਾਂ ਨੇ ਇਹਨਾਂ ਦੇ ਜਿਹੜੇ ਦਰਵਾਜ਼ੇ ਜਿਹੜੇ ਹੈਗੇ ਆ ਚੋਕ ਕਰਤੇ, ਇਹਨਾਂ ਦੇ ਘਰਾਂ ਦੇ, ਇਹਨਾਂ ਦੇ ਲੀਡਰਾਂ ਨੂੰ ਪੰਜਾਬ ਦੇ ਵਿੱਚ ਭੱਜਣ ਨੂੰ ਥਾਂ ਨਹੀਂ ਮਿਲਦੀ ਪਈ। ਔਰ ਇਹ ਮਜਬੂਰਨ ਜਿਹੜਾ ਹੈਗਾ ਨਾ, ਇਹ ਲੋਕਾਂ ਦੇ ਡਰ ਦੇ ਨਾਲ ਕਿਸਾਨਾਂ ਦੀ ਜਿਹੜਾ ਗੁੱਸਾ ਇਹਨਾਂ ਦੇ ਅਗੇਂਸਟ ਹੋਇਆ ਵੈ। ਹੋਰ ਬੜੇ ਕਾਰਨਾਂ ਕਰਕੇ ਪੰਜਾਬ ਇਹਨਾਂ ਤੋਂ ਵੈਸੇ ਹੀ ਗੁੱਸੇ ਹੈਗਾ, ਧਾਰਮਿਕ ਕਾਰਨਾਂ ਕਰਕੇ ਇਹਨਾਂ ਤੋਂ ਅਲੱਗ ਗੁੱਸੇ ਹੈਗਾ ਵੈ। ਇਹ ਹੁਣ ਕਿਸਾਨੀ ਜਿਹੜੀ ਸੀਗੀ, ਜਿਹੜੇ ਕਹਿੰਦੇ ਸਾਡਾ ਵੋਟ ਬੈਂਕ ਹੈਗਾ ਵੈ, ਉਸ 'ਤੇ ਇਹ ਉਹਨਾਂ ਨਾਲ ਇਹ ਬੈਕ ਸਟੈਬਿੰਗ ਕਰਦੇ ਪਏ ਹੈਗੇ ਆ। ਕਿਉਂਕਿ ਅਲਟੀਮੇਟਲੀ ਸਾਰਿਆਂ ਦਾ ਬੜਾ ਵੱਡਾ ਐਲੀਗੇਸ਼ਨ ਹੈ ਕਿ ਸੁਖਬੀਰ ਸਿੰਘ ਬਾਦਲ ਵੱਡਾ ਬਿਜ਼ਨਸਮੈਨ ਤਾਂ ਹੈਗਾ ਵੈ, ਪਰ ਸਿਆਣਾ ਪੋਲੀਟੀਸ਼ੀਅਨ ਨਹੀਂ ਹੋ ਸਕਦਾ। ਉਹ ਹਰ ਚੀਜ਼ ਨੂੰ ਬਿਜ਼ਨਸ ਦੇ ਨਜ਼ਰੀਏ ਨਾਲ ਦੇਖਦਾ ਵੈ। ਅੱਜ ਦੀ ਡੇਟ 'ਚ ਇਹ ਜਿਹੜੀ ਉਹ ਸਹਿਨਸ਼ੀਲਤਾ ਜਾਂ ਉਹ ਜਿਹੜੀ ਸੰਵੇਦਨਾ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਅਸੀਂ ਉਹ ਪੀੜਾ ਨੂੰ ਸਮਝ ਨਹੀਂ ਸਕਦਾ ਜਿਹੜਾ ਪੋਲੀਟੀਸ਼ੀਅਨ, ਤੇ ਉਹ ਉਹਨਾਂ ਦਾ ਲੀਡਰ ਵੀ ਨਹੀਂ ਹੋ ਸਕਦਾ। ਤੇ ਉਹ ਇਸ ਕਰਕੇ ਇਹ ਜਿਹੜਾ ਵੈ ਬਿਲਕੁਲ ਜਿਹੜੇ ਲੋਕ ਇਹ ਜੋ ਮਰਜ਼ੀ ਆਪਣੀ ਪਰਸੈਪਸ਼ਨ ਬਿਲਡ ਕਰਨ, ਇੱਕ ਗੱਲ ਬੜੀ ਕਲੀਅਰ ਹੈ ਕਿ ਲੋਕ ਇਹਨਾਂ ਨੂੰ ਜਾਣ ਚੁੱਕੇ ਹੈਗੇ ਆ। ਪਹਿਲਾਂ ਦੇਖੋ ਤੁਸੀਂ ਰਿਜ਼ਲਟ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੂੰ ਬੁਰੀ ਤਰ੍ਹਾਂ ਨਕਾਰਿਆ ਹੈਗਾ ਵੈ। ਹੁਣ ਮੈਨੂੰ ਲੱਗਦਾ ਵੈ ਜਿਹਨੂੰ ਕਹੀ ਦਾ ਲਾਸਟ ਨੇਲ ਇਨ ਦੇਅਰ ਕਾਫਿਨ, ਇਹ ਵਾਲੀ ਚੀਜ਼ ਹੈਗੀ ਹੈ। ਐਟਲੀਸਟ ਮੈਂ ਇਹ ਸਮਝਦਾ ਹੈਗਾ ਮੈਂ ਕਿ ਅਕਾਲੀ ਜਿਹੜੇ ਵਰਕਰ ਹੈਗੇ ਆ ਉਹ ਸਾਡੇ ਨਾਲੋਂ ਵੀ ਜ਼ਿਆਦਾ ਹਤਾਸ਼ ਨੇ। ਪੰਜਾਬ ਦਾ ਤਾਂ ਗੁੱਸਾ ਹੈ ਹੀ ਹੈ, ਉਹ ਵੀ ਇਹਨਾਂ 'ਤੇ ਗੁੱਸੇ ਨੇ ਵੀ ਇਹ ਸਾਡੀ ਕਿਹੋ ਜਿਹੀ ਲੀਡਰਸ਼ਿਪ ਆ ਗਈ ਹੈ, ਵੀ ਇਹ ਲੀਡਰਸ਼ਿਪ ਤਾਂ ਸਾਨੂੰ ਇਹੋ ਜਿਹੀ ਚਾਹੀਦੀ ਸੀ ਜਿਹੜੀ ਕਿਸਾਨਾਂ ਦੀ ਬਾਂਹ ਫੜੇ। ਆਪਣੇ ਆਪ ਨੂੰ ਚਾਹੇ ਬਰਬਾਦ ਕਰ ਲਈਏ ਪਰ ਇਹਨਾਂ ਨੂੰ ਤਾਂ ਬਚਾਵੇ। ਇਹ ਆਪਣਾ ਘਰ ਬਚਾਉਣ ਦੇ ਚੱਕਰ 'ਚ ਉਹੀ 2-3 ਕੁਝ ਸਿਕਿਉਰਿਟੀ ਗਾਰਡ, ਕੁਝ ਇਹਨਾਂ ਦੇ ਪੁਰਾਣੇ ਜਿਹੜੇ ਕੋਈ ਕੀਤੇ ਜਿਹੜੇ ਇਹੋ ਜਿਹੇ ਕਾਰਨਾਮੇ ਆ ਜਿਨ੍ਹਾਂ ਦੀ ਗਿੱਚੀ ਜਿਹੜੀ ਹੈਗੀ ਆ ਉਹ ਅਸੀਂ ਕੇਂਦਰ ਦੇ ਵਿੱਚ ਹੈ। ਇਹ ਮੈਨੂੰ ਲੱਗਦਾ ਵੈ ਵੀ ਇਹਨਾਂ ਨੇ ਉਹ ਜਿਹੜਾ ਵਰਕੇਬਲ ਐਗਰੀਮੈਂਟ ਸੀਗਾ। ਔਰ ਹੈਰਾਨੀ ਦੀ ਗੱਲ, ਤੁਸੀਂ ਕਬੀਨਾ ਤੋਂ ਤਾਂ ਵਾਪਸ ਆ ਰਹੇ ਹੈਗੇ ਹੋ ਤੇ ਪਾਰਟੀ ਨਾਲ ਕਹਿੰਦੇ ਅਸੀਂ ਗਠਬੰਧਨ ਰੱਖਾਂਗੇ। ਹੁਣ ਮੈਨੂੰ ਤਾਂ ਇਹ ਨਹੀਂ ਲੱਗਦਾ, ਮੈਨੂੰ ਨਹੀਂ ਪਤਾ ਕਿ ਵੀ ਇਹ ਗਠਬੰਧਨ ਰਹੇਗਾ ਕਿ ਨਹੀਂ ਰਹੇਗਾ, ਪਰ ਜੇ ਕੋਈ ਮਾੜੀ ਮੋਟੀ ਕਿਸੇ ਨੂੰ ਸਿਆਣਪ ਹੈ ਜਾਂ ਕੋਈ ਗੱਲ ਸਮਝਦਾ ਵੈ
ਤੇ ਇਹ ਗਠਬੰਧਨ ਟੁੱਟੇਗਾ। ਨਹੀਂ ਗਠਬੰਧਨ ਟੁੱਟੇਗਾ ਤੇ ਅਕਾਲੀ ਦਲ ਬਾਦਲ ਜਿਹੜਾ ਵਾ, ਬਾਦਲਸ ਦੇ ਨਾਲ ਜਿਹੜਾ ਵੀ ਅਕਾਲੀ ਦਲ ਇਹਨਾਂ ਦੇ ਥੱਲੇ ਆ ਉਹ ਖਤਮ ਹੋ ਜਾਏਗਾ। ਕਮਲ ਜੀ ਤੁਸੀਂ ਚਲੋ ਰਾਜਨੀਤੀ ਆਪਾਂ ਗੱਲ ਦੁਬਾਰਾ ਕਰਾਂਗੇ। ਪਾਰਲੀਮੈਂਟ ਦੇ ਵਿੱਚ ਦੋ ਦੋਸ਼ ਵੱਡੇ ਲੱਗਦੇ ਨੇ। ਇੱਕ ਤਾਂ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਇਹ ਕਿਹਾ ਗਿਆ ਵੀ ਜਿਹੜੀ ਉੱਚ ਪੱਧਰੀ ਕਮੇਟੀ ਬਣਾਈ ਗਈ ਸੀ ਉਹ 'ਚ ਮੁੱਖ ਮੰਤਰੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਉਹਦੇ ਵਿੱਚ ਮੈਂਬਰ ਸਨ। ਦੂਜੀ ਗੱਲ ਉਹਨਾਂ ਨੇ ਕਿਹਾ ਵੀ ਜਿਹੜੇ ਮਨਪ੍ਰੀਤ ਬਾਦਲ ਫਾਈਨਾਂਸ ਮਿਨਿਸਟਰ ਨੇ ਤੁਹਾਡੇ, ਉਹ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਮੀਟਿੰਗ ਵੀ ਅਟੈਂਡ ਕੀਤੀ ਸੀ। ਇਹਦੇ ਨਾਲ ਇੱਕ ਸਵਾਲ ਹੋਰ ਜੜੂੰਗਾ, ਕੱਲ੍ਹ ਸੁਖਬੀਰ ਬਾਦਲ ਜਦੋਂ ਪਾਰਲੀਮੈਂਟ ਵਿੱਚ ਬੋਲਦੇ ਸਨ ਤਾਂ ਉਹਨਾਂ ਨੇ ਤੁਹਾਡਾ ਮੈਨੀਫੈਸਟੋ ਦਿਖਾਇਆ ਤੇ ਮੈਨੀਫੈਸਟੋ ਵਿੱਚ ਉਹਨਾਂ ਨੇ ਵੱਡੇ ਦੋਸ਼ ਲਗਾਏ ਨੇ ਵੀ ਇਸ ਚੀਜ਼ ਦੀ ਜਿਹੜੀ ਹਾਮੀ ਆ ਕੈਪਟਨ ਸਰਕਾਰ 2017 ਦੇ ਵਿੱਚ ਭਰ ਚੁੱਕੀ ਆ ਮੰਡੀਆਂ ਦਾ ਨਿੱਜੀਕਰਨ ਕਰਨ ਦਾ, ਤੇ ਅੱਜ ਇਹ ਵਿਰੋਧ ਦਾ ਡਰਾਮਾ ਕਰਦੇ। ਦੋਨਾਂ ਸਵਾਲਾਂ 'ਤੇ ਤੁਹਾਡਾ ਕਹਿਣਾ ਜੀ। ਪਹਿਲਾਂ ਮੈਂ ਦੂਜੇ ਸਵਾਲ ਦਾ ਜਵਾਬ ਦੇ ਦਿਆਂਗਾ, ਉਹ ਜ਼ਿਆਦਾ ਇੰਪੋਰਟੈਂਟ ਹੈਗਾ ਵਾ। ਦੇਖੋ ਜਿਹੜਾ ਇਲੈਕਸ਼ਨ ਮੈਨੀਫੈਸਟੋ ਹੁੰਦਾ ਨਾ ਉਹ ਬਿੱਲ ਦੇ ਰੂਪ ਦੇ ਵਿੱਚ ਨਹੀਂ ਹੁੰਦਾ ਜੀ। ਐਗਰੀਕਲਚਰ ਰਿਫਾਰਮਸ, APMC ਐਕਟ ਦੇ ਰਿਫਾਰਮਸ ਇੰਪੋਰਟੈਂਟ ਹੈਗੇ ਆ ਜੀ। ਇਹ ਬਿਲਕੁਲ ਉਸੇ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇਹ ਕਹਿਣਾ ਕਿ ਤੁਸੀਂ ਤਾਂ ਉਹੀ GST ਕਹਿੰਦੇ ਪਏ ਸੀਗੇ, ਇਹ ਉਹ GST ਨਹੀਂ ਜਿਹੜਾ ਇਹਨਾਂ ਨੇ ਇੰਪਲੀਮੈਂਟ ਕੀਤਾ ਵਾ। ਜੋ ਅਸੀਂ ਕਹਿੰਦੇ ਪਏ ਸੀ ਵੀ ਸਿੰਗਲ ਜਿਹੜਾ ਟੈਕਸ ਰੇਟ ਹੋਵੇਗਾ ਤੇ ਸਾਰਿਆਂ ਨੂੰ ਉਸ ਤੇ ਮਿਲੇਗਾ, ਆਹ ਰਿਫਾਰਮਸ ਹੋਣਗੇ, ਲੋਕਾਂ ਨੂੰ ਭੰਬਲ ਭੂਸਾ ਨਹੀਂ ਪਏਗਾ, ਲੋਕਾਂ ਦੇ ਜਿਹੜੇ ਟੈਕਸੇਸ਼ਨ ਰਿਫਾਰਮਸ ਹੋਣਗੇ, ਬਿਲਕੁਲ ਉਸੇ ਤਰ੍ਹਾਂ ਇਹ ਜਿਹੜੀ ਚੀਜ਼। ਦੇਖੋ ਗੱਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਐਗਰੀਕਲਚਰ ਰਿਫਾਰਮ ਹੋਣੇ ਚਾਹੀਦੇ ਆ। ਐਗਰੀਕਲਚਰ ਦੇ ਵਿੱਚ ਜਿਹੜਾ ਸਾਡਾ ਖੇਤ ਜਿਹੜਾ ਕਿਸਾਨ ਹੈਗਾ ਵਾ ਜਾਂ ਉਹਦਾ ਖੇਤ ਮਜ਼ਦੂਰ ਹੈ ਜਾਂ ਉਹਦੇ ਨਾਲ ਰਿਲੇਟਡ ਲੋਕ ਹੈਗੇ ਆ, ਉਹਨਾਂ ਨੂੰ ਉਹਨਾਂ ਦੀ ਅਸ਼ੋਰਡ ਆਮਦਨ ਸਾਨੂੰ ਕ੍ਰੀਏਟ ਕਰਨੀ ਪੈਣੀ ਹੈ ਜੀ। ਤੁਸੀਂ ਮੇਰੀ ਇਸ ਗੱਲ ਨੂੰ ਸਮਝ ਗਏ ਨਾ। ਉਹ APMC ਐਕਟ ਦੇ ਰਿਫਾਰਮਸ ਦੀ ਅਸੀਂ ਗੱਲ ਕਰਦੇ ਪਏ ਹਾਂ, ਨਿੱਜੀਕਰਨ ਦੀ ਗੱਲ ਕਰ ਰਹੇ ਜੀ। ਦੇਖੋ ਮੇਰੀ ਗੱਲ ਸੁਣੋ, ਨਿੱਜੀਕਰਨ ਤਾਂ ਜਿਹੜਾ ਆਪਾਂ ਫਾਰਮ ਟੂ ਫੋਰਕ ਜਿਹੜਾ ਹੋਇਆ ਸੀਗਾ ਉਹ ਵੀ ਕੰਟਰੈਕਟ ਫਾਰਮਿੰਗ ਦਾ ਪਾਰਟ ਸੀਗਾ, ਉਹ ਵੀ ਨਿੱਜੀਕਰਨ ਦਾ ਪਾਰਟ ਸੀ। ਬਟ ਅਸੀਂ ਨਿੱਜੀਕਰਨ ਕਣਕ ਔਰ ਝੋਨੇ ਦੀ ਨਹੀਂ ਕਰ ਰਹੇ ਸੀਗੇ, ਜਿਹੜੀ ਕਿ ਅੱਜ ਦੀ ਡੇਟ ਦੇ ਵਿੱਚ ਬੇਸਿਕਲੀ ਸਾਨੂੰ ਸਾਰਿਆਂ ਨੂੰ ਜਿਹੜੀ ਜਿਸ ਤੋਂ ਆਮਦਨ ਅਸ਼ੋਰਡ ਆਮਦਨ ਆ ਰਹੀ ਹੈ, MSP ਸਿਸਟਮ ਅਸੀਂ ਇੰਟੈਕਟ ਰੱਖ ਰਹੇ ਸੀਗੇ। ਇਹਦਾ MSP ਸਿਸਟਮ ਇਹ ਤਾਂ ਇਹ ਕਹਿੰਦੇ ਪਿਆ ਵਾ ਵੀ ਬੰਦਾ ਜਿਹੜਾ ਅੱਜ ਵੀ ਜਿਹੜੇ ਲੋਕ ਕੋਈ ਫੁੱਲਾਂ ਦੀ ਕੋਈ ਸਬਜ਼ੀਆਂ ਦੀ ਖੇਤੀ ਕਰਦਾ ਵਾ, ਉਹ ਕਈ ਮੰਡੀ 'ਚ ਨਹੀਂ ਆਉਂਦੇ ਆ, ਉਹ ਸਿੱਧੇ ਜਾ ਕੇ ਜਿਹੜੇ ਹੈਗੇ ਆ ਉਹ ਆਪਣੇ ਕੋਈ ਸਟੋਰ ਵਾਲਿਆਂ ਨਾਲ ਕਦੀ ਕਿਸੇ ਨਾਲ ਉਹ ਡੀਲ ਕਰਦੇ ਪਏ ਆ। ਔਰ ਜਦੋਂ ਤੁਸੀਂ ਵੱਡੀਆਂ ਕੋਲਡ ਚੇਨਸ ਬਣਾਓਗੇ ਜਾਂ ਵੱਡੇ ਵੱਡੇ ਸਟੋਰ ਬਣਾਓਗੇ, ਉਹਦੇ ਵਿੱਚ ਤੁਸੀਂ ਆਹ ਚੀਜ਼ਾਂ ਸਾਰੀਆਂ ਜਿਹੜੀਆਂ ਮੈਂ ਲੈ ਕੇ ਆਵਾਂਗੇ। ਪਰ ਮੈਨੂੰ ਅਸੀਂ ਬੁਨਿਆਦੀ ਚੀਜ਼ ਜਿਹੜੀ ਕਿ ਜਿਹਦੇ ਨਾਲ ਬੰਦੇ ਦੀ ਇੱਕ ਆਰਥਿਕਤਾ ਜੁੜੀ ਹੈਗੀ ਆ, ਉਹਨੂੰ ਪਤਾ ਹੋਵੇ ਕਿ ਵੀ ਮੈਂ ਫਲਾਂ ਇੰਨਾ ਕਣਕ ਲੈ ਕੇ ਜਾਊਂਗਾ ਤਾਂ ਇੰਨੇ ਪੈਸੇ, ਇੰਨਾ ਝੋਨਾ ਲੈ ਕੇ ਜਾਊਂਗਾ ਤਾਂ ਇੰਨੇ ਪੈਸੇ। ਤੁਸੀਂ ਇਮੇਜਿਨ ਕਰੋ ਅੱਜ ਹੀ ਬਾਸਮਤੀ ਜਿਹੜੀ ਹੈਗੀ ਆ, ਬਾਸਮਤੀ ਜਿਹਦੀ MSP ਤੁਸੀਂ 2400 ਰੁਪਏ ਰੱਖੀ ਹੋਈ ਹੈ, ਉਹ 34% ਡਾਊਨ ਹੋ ਕੇ 1651 ਰੁਪਏ ਦੀ ਵਿਕੀ ਹੈਗੀ। ਤੁਸੀਂ ਮੇਰੀ ਗੱਲ ਸੁਣੋ ਤੇ ਇਹਦਾ ਮਤਲਬ ਫਿਰ MSP ਦਾ ਕੀ ਮਤਲਬ ਹੋਇਆ? APMC ਐਕਟ ਸਾਡੇ ਤੋਂ ਪਹਿਲਾਂ ਬਿਹਾਰ ਦੇ ਵਿੱਚ ਅਬੋਲਿਸ਼ ਕਰ ਚੁੱਕੇ ਹੋਏ ਤੇ ਬਿਹਾਰ ਦੇ ਕਿਸਾਨ ਦਾ ਤੁਸੀਂ ਹਾਲ ਦੇਖ ਲਓ ਕੀ ਹੈਗਾ। ਮੈਂ ਤੁਹਾਨੂੰ ਜਿਹੜੀ ਗੱਲ ਕਹਿਣਾ ਚਾਹੁੰਦਾ ਮੈਂ ਵੀ ਇਸ ਟਾਈਮ ਸਾਰਾ ਇਕਨੋਮਿਕ ਪੈਰਾਡਾਈਮ ਸ਼ਿਫਟ ਕਰ ਗਿਆ ਵਾ। ਵਰਲਡ ਓਵਰ ਇਕਨੋਮੀ ਇਹ ਕਹਿੰਦੇ ਪਏ ਆ ਵੀ ਜਿਹੜੇ ਸਾਡੇ ਆਮ ਆਦਮੀ ਹੈਗੇ ਅਸੀਂ ਉਹਨਾਂ ਦੀ ਇਨਕਮ ਨੂੰ ਅਸ਼ੋਰ ਕਰਨਾ ਜੀ। ਉਹ ਤੁਸੀਂ ਦੱਸੋ ਕਿ ਵੀ ਅਸੀਂ ਕਿਸ ਤਰ੍ਹਾਂ ਕਰਾਂਗੇ ਜੀ। ਮੇਰਾ ਤੁਹਾਨੂੰ ਸਾਰਿਆਂ ਨੂੰ ਫਿਰ ਇਹ ਗੱਲ ਸਮਝਾਉਣ ਦੀ ਲੋੜ ਹੈ। ਇੱਕ ਤਾਂ ਇਹ ਨੰਬਰ, ਦੂਸਰਾ ਤੁਹਾਡਾ ਕੁਐਸਚਨ ਕੀ ਸੀਗਾ? ਆਪਣੇ ਜਿਹੜਾ ਕੇਂਦਰੀ ਮੰਤਰੀ ਨੇ ਕਿਹਾ ਵੀ ਮੀਟਿੰਗ ਦਾ ਹਿੱਸਾ ਸੀ। ਮੈਂ ਤੁਹਾਨੂੰ ਦੱਸਦਾ, ਮੈਂ ਇਹ ਜਿਹੜੇ ਗਰੁੱਪ ਆਫ ਮਿਨਿਸਟਰਸ ਮੀਟਿੰਗਾਂ ਹੁੰਦੀਆਂ ਮੈਂ ਇਹਦੇ ਬਾਰੇ ਸਾਡੇ ਮੰਤਰੀ CM ਸਾਹਿਬ ਨੇ ਬਿਲਕੁਲ ਕਲੀਅਰ ਕਰਤਾ ਵਾ ਵੀ ਉਹਨਾਂ ਮੀਟਿੰਗਾਂ ਦੇ ਵਿੱਚ ਇਹ ਆਰਡੀਨੈਂਸ ਔਰ MSP ਅਬੋਲਿਸ਼ਨ ਜਿਹੜੀ ਹੈਗੀ ਹੈ ਜਾਂ ਪੈਰਲਲ ਮਾਰਕੀਟਿੰਗ ਦੀ ਤਾਂ ਗੱਲ ਵੀ ਨਹੀਂ ਹੋਈ। ਉਹ ਤਾਂ ਇਨਫੈਕਟ ਜਿਸ ਦਿਨ ਇੱਕ ਦਿਨ ਪਹਿਲੇ ਸੁਦੋਂ ਸਵੇਰੇ ਉਹਨਾਂ ਨੇ ਫੋਨ ਕੀਤਾ ਔਰ ਫੋਨ ਕਰਕੇ ਇਹ ਦੱਸਿਆ ਕਿ ਵੀ ਅਸੀਂ ਤੁਹਾਨੂੰ ਦੱਸਣ ਲਈ ਕਰ ਰਹੇ ਹਾਂ ਕਿ ਅਸੀਂ ਆਰਡੀਨੈਂਸ ਲੈ ਕੇ ਆਉਣ ਲੱਗੇ ਹਾਂ। ਮੈਂ ਤਾਂ ਬੇਸਿਕ ਬੁਨਿਆਦ ਤੁਹਾਨੂੰ ਕੁਐਸਚਨ, ਮੇਰਾ ਬੁਨਿਆਦੀ ਕੁਐਸਚਨ ਇਹ ਹੈ ਕਿ ਆਰਡੀਨੈਂਸ ਦੀ ਜ਼ਰੂਰਤ ਕੀ ਸੀਗੀ, ਕੀ ਇਹਦੀ ਐਮਰਜੈਂਸੀ ਸੀ ਕਿ ਵੀ ਸਾਨੂੰ ਆਰਡੀਨੈਂਸ ਹੀ ਲੈ ਕੇ ਆਉਣੇ ਸੀਗੇ? ਤੁਸੀਂ ਬਿੱਲ ਲੈ ਕੇ ਆਓ, ਬਿੱਲ ਦੀ ਪ੍ਰੋਵੀਜ਼ਨਸ ਲੈ ਕੇ ਆਓ, ਬਿੱਲਸ ਦੀ। ਔਰ ਮੈਂ ਤੁਹਾਨੂੰ ਅੱਜ ਧੁੰਨਾ ਸਾਹਿਬ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਕਿ ਸਾਡੀ ਪੋਲੀਟੀਕਲ ਲੀਡਰਸ਼ਿਪ 'ਚ ਬਿਲਕੁਲ ਕਲੈਰਿਟੀ ਹੈ ਕਿ ਇਸ ਬਿੱਲ ਦਾ ਜਿਹੜਾ ਹੁਣ ਐਕਟ ਬਣਨ ਆ ਰਿਹਾ, ਇਹਦਾ ਕੌਮਾ ਫੁੱਲ ਸਟਾਪ ਤੇ ਜਿਹਨੂੰ ਕਹੀਏ ਨਾ ਵੀ ਸੁਰਖੀ ਬਿੰਦੀ ਵੀ ਨਹੀਂ ਸਾਡੇ ਪੰਜਾਬ 'ਚ ਇੰਪਲੀਮੈਂਟ ਕਰ ਸਕਣਗੇ। ਮਤਲਬ ਇਹ ਬਿੱਲ ਤਾਂ ਗੱਲਾਂ ਹੀ ਬੜੀਆਂ ਦੂਰ ਦੀਆਂ ਹੈਗੀਆਂ ਮੈਂ ਕਿ ਕੋਈ ਨਵਾਂ ਆ ਕੇ ਇੱਥੇ ਆਪਣਾ ਕੋਈ ਅਦਾਰਾ ਬੜੀ ਆਪਣੀ ਪੈਰਲਲ ਮੰਡੀ ਬਣਾ ਲੇ, ਇਹ ਮੈਂ ਕਹਿੰਦਾ ਵੜ ਨਹੀਂ ਸਕਣਗੇ। ਇਸ ਬਿੱਲ ਦੇ ਰਾਹੀਂ ਕੋਈ ਬੰਦਾ ਨਹੀਂ ਵੜ ਸਕੇਗਾ ਔਰ ਨਾ ਪੰਜਾਬ ਦਾ ਕਿਸਾਨ ਇਹਨਾਂ ਨੂੰ ਵੜਨ ਦੇਗਾ, ਨਾ ਕਾਂਗਰਸ ਪਾਰਟੀ ਇਹਨਾਂ ਨੂੰ ਵੜਨ ਦੇਵੇਗੀ।
ਰਮਨ ਜੀ ਕੱਲ ਬੀਬਾ ਜੀ ਨੇ ਅਸਤੀਫਾ ਦਿੱਤਾ, ਉਸ ਟਾਈਮ ਪ੍ਰੈਸ ਕਾਨਫਰੰਸ ਉਹਨਾਂ ਨੇ ਕਿਹਾ ਵੀ ਜਿਹੜਾ ਕਿਸਾਨ ਜਥੇਬੰਦੀਆਂ ਵਿਰੋਧ ਪ੍ਰਦਰਸ਼ਨ ਕਰਨਗੇ ਇਸ ਬਿੱਲ ਦੇ ਖਿਲਾਫ, ਅਸੀਂ ਉਹਨਾਂ ਦਾ ਸਮਰਥਨ ਕਰਾਂਗੇ। ਤੁਸੀਂ ਇਸ ਉਹਨਾਂ ਦੇ ਬਿਆਨ ਨੂੰ ਕਿਵੇਂ ਸਮਝਦੇ ਹੋ, ਕੀ ਇਹਦੀ ਰੂਪਰੇਖਾ ਹੋਏਗੀ ਜੀ? ਦੇਖੋ, ਮੈਂ ਪਹਿਲਾਂ ਹੀ ਗੱਲ ਕਹੀ ਕਿ ਇਹਨਾਂ ਦੀ ਹੁਣ ਦੁਰਦਸ਼ਾ ਹੋਣ ਵਾਲੀ ਹੈ ਜੀ। ਇਹਨਾਂ ਦੀ ਦੁਰਦਸ਼ਾ ਹੋਣ ਵਾਲੀ ਆ। ਜਿਹੜਾ ਰੰਗਾ ਸਿਆਰ ਜਿਹੜਾ ਹੁੰਦਾ ਵਾ ਨਾ, ਉਹ ਫਿਰ ਸ਼ਹਿਰ ਵੱਲ ਭੱਜਦਾ। ਜਿਹੜੇ ਇਹ ਕਿਸਾਨਾਂ ਦੇ ਵਿੱਚ ਜਾਣਗੇ, ਕਿਸਾਨਾਂ ਨੇ ਇਹਨਾਂ ਨੂੰ ਲਾਂਤਾ ਪਾ ਕੇ ਇਹਨਾਂ ਨੂੰ ਭਜਾ ਦੇਣਾ। ਮੈਂ ਇਹਨਾਂ ਨੂੰ ਕੋਈ ਐਂਟਰਟੇਨ ਨਹੀਂ ਕਰਨਾ। ਲੋਕਾਂ ਨੂੰ ਸਾਰੀ ਗੱਲ ਪਤਾ ਹੈ ਜੀ ਇਹਨਾਂ ਨੇ ਕਿਉਂ ਕੀ। ਤੁਸੀਂ ਕੀ ਸਮਝਦੇ ਹੋ ਕਿ ਵੀ ਲੋਕਾਂ ਨੂੰ ਗੱਲ ਸਮਝ ਨਹੀਂ? ਕਿ ਤੁਸੀਂ 3 ਮਹੀਨੇ ਤਾਂ ਸਾਨੂੰ ਸਮਝਾ ਰਹੇ ਹੋ ਕਿ ਇਹ ਤਾਂ ਚੀਜ਼ ਬੜੀ ਵਧੀਆ ਵਾ, ਤੇ ਚੌਥੇ ਦਿਨ ਤੁਸੀਂ ਜਿਹੜਾ ਵਾ 3 ਦਿਨ ਪਹਿਲਾਂ ਕਹਿ ਦਿੰਦੇ ਪਿਆ ਜੀ ਇਹ ਤਾਂ ਅਸੀਂ ਤਾਂ ਕਿਸਾਨ ਵਿਰੋਧੀ ਬਿੱਲ ਹੈ, ਤੁਸੀਂ ਸਾਡੀ ਸਰਕਾਰ ਵੀ ਕਿਸਾਨ ਵਿਰੋਧੀ ਹੈ, ਤੇ ਤੁਸੀਂ ਤਾਂ ਇਹਨਾਂ ਨਾਲ ਸਾਡਾ ਪੰਜਾਬ ਖਤਮ ਹੋ ਜਾਏਗਾ। ਤੇ ਤੁਸੀਂ 3 ਮਹੀਨੇ ਕੀ ਨਹੀਂ ਸਮਝ ਪਾਏ ਜੀ? ਮੈਨੂੰ ਇਹ ਗੱਲ ਸਮਝਾਓ। ਕਿਹੜੇ ਇਹਨਾਂ ਦੇ ਲੀਡਰ, ਇਹਨਾਂ ਦੀ ਮੀਟਿੰਗਾਂ ਬੀਜੇਪੀ ਵਾਲੇ ਲੀਡਰਾਂ ਨਾਲ ਹੋਈਆਂ। ਐਕਚੁਅਲ ਗੱਲ ਪਤਾ ਕੀ ਹੈ, ਮੈਂ ਤੁਹਾਨੂੰ ਮੈਂ ਜੋ ਗੱਲ ਸਮਝਦਾ ਮੈਂ ਕਿ ਬੀਜੇਪੀ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਜਿਹੜੀ ਜਨਰੇਸ਼ਨ ਜਿਹੜੀ ਲੀਡਰਸ਼ਿਪ ਹੈਗੀ ਹੈ ਅਕਾਲੀ ਦਲ ਦੀ, ਇਹ ਵਪਾਰੀਆਂ ਦੀ ਲੀਡਰਸ਼ਿਪ ਹੈਗੀ ਹੈ। ਇਹ ਬੰਦੇ ਆਪਣਾ ਵੇਖਦੇ ਆ, ਇਹਨਾਂ ਦੇ ਵਿੱਚ ਗਰੀਡ ਬਹੁਤ ਜ਼ਿਆਦਾ ਹੈਗੀ ਹੈ, ਤੇ ਇਹਨਾਂ ਨੂੰ ਅਸੀਂ ਕੋਈ ਮਾੜੀ ਮੋਟੀ ਚੀਜ਼ ਜਿਹੜੀ ਹੈ ਇਹਨਾਂ ਨੂੰ ਜਿਹੜਾ ਦੇ ਦਵਾ ਕੇ ਤੇ ਅਸੀਂ ਜੋ ਮਰਜ਼ੀ ਪੋਲੀਟੀਕਲੀ ਇਹਨਾਂ ਤੋਂ ਕਰਵਾ ਲਈਏ। ਪਰ ਗੱਲ ਇਹ ਹੈ ਨਾ, ਇਹ ਡਿੱਗਦੇ ਹੁਣ ਉਸ ਜਗ੍ਹਾ ਆ ਕੇ ਆ ਕਿ ਖੱਡ ਦਾ ਆਖਰਲਾ ਹੁਣ ਇਹਨਾਂ ਨੂੰ ਖੱਡ 'ਚ ਡਿੱਗਣਾ ਪੈਣਾ। ਚਲੋ ਇਹ ਖੱਡ 'ਚ ਡਿੱਗੇ ਜਾਂ ਨਹੀਂ ਡਿੱਗੇ ਫੈਸਲਾ ਜਨਤਾ ਕਰੇਗੀ। ਚਲੋ ਇੱਕ ਪੋਲੀਟੀਕਲ ਤੌਰ ਤੇ ਅਸੀਂ ਕਹਿ ਸਕਦੇ ਵੀ ਹਾਂ ਬਹੁਤ ਗੰਭੀਰ ਸਥਿਤੀ ਵਿੱਚ ਅਕਾਲੀ ਦਲ ਇਸ ਸਮੇਂ ਨਿਕਲ ਰਿਹਾ ਵਾ। ਮੈਂ ਸਮਝਦਾ ਵੀ ਇੱਕ ਦੇਸ਼ ਦੀ ਸਭ ਤੋਂ ਪੁਰਾਣੀ ਦੂਜੀ ਪਾਰਟੀ ਹੈ ਇਹ, ਪਹਿਲਾਂ ਕਾਂਗਰਸ ਪਾਰਟੀ, ਦੂਜੇ ਨੰਬਰ ਅਕਾਲੀ ਦਲ ਆਉਂਦਾ ਵਾ। ਸੋ ਇਹ ਪੋਜੀਸ਼ਨ ਅੱਜ ਵਿਰੋਧੀ ਧਿਰ ਵਿੱਚ ਵੀ ਨਹੀਂ ਹੈਗੀ। ਪਰ ਇੱਥੇ ਇੱਕ ਸਵਾਲ ਬਹੁਤ ਅਹਿਮ ਹੈ, ਬੇਅਦਬੀ ਕਾਂਡ ਹੋਇਆ, ਨਸ਼ੇ ਦੀ ਗੱਲ ਕੀਤੀ ਜਾਵੇ ਜਾਂ ਹੋਰ ਜਿਹੜੀਆਂ 10 ਸਾਲਾਂ ਦੇ ਵਿੱਚ ਅਕਾਲੀ ਦਲ ਵਿੱਚ ਜਿਹੜੇ ਮਨਮਾਨੀਆਂ ਕੀਤੀਆਂ ਗਈਆਂ ਨੇ, ਉਹਦੀ ਸਜ਼ਾ ਕਾਂਗਰਸ ਪਾਰਟੀ ਵੱਲੋਂ ਤਾਂ ਨਹੀਂ ਦਿੱਤੀ ਗਈ। ਕਾਂਗਰਸ ਪਾਰਟੀ ਜਿਹੜੇ ਵਾਅਦੇ ਕੀਤੇ ਸੀ ਵੀ ਅਕਾਲੀ ਦਲ ਜਿਹੜੇ ਇਹ ਜ਼ੁਲਮ ਕੀਤੇ ਗਏ ਨੇ ਆਪਣੀ ਸਰਕਾਰ ਦਾ, ਹੀ ਉਹਨਾਂ ਦਾ ਜਵਾਬ ਦੇਵਾਂਗੇ, ਉਹ ਉਹਨਾਂ ਵੱਲੋਂ ਤਾਂ ਨਹੀਂ, ਕਾਂਗਰਸ ਪਾਰਟੀ ਵੱਲੋਂ ਤਾਂ ਨਹੀਂ ਲਿੱਤੀ ਗਈ। ਇਹ ਖੁਦ ਆਪਣੇ ਆਪ ਹੀ ਅਕਾਲੀ ਦਲ ਆਪਣੇ ਘੇਰੇ ਵਿੱਚ ਘਿਰ ਗਿਆ ਜੀ। ਇਹ ਦੇਖੋ, ਮੈਂ ਇਹ ਤੁਹਾਡੇ ਗੱਲ ਨਾਲ, ਇਹ ਓਪੀਨੀਅਨ ਨਾਲ ਮੈਂ ਇਤਫਾਕ ਨਹੀਂ ਰੱਖਦਾ ਜੀ। ਮੈਨੂੰ ਇਹ ਲੱਗਦਾ ਵਾ ਵੀ ਜਿਹੜਾ ਜਸਟਿਸ ਹੈ ਨਾ, ਉਹਦਾ ਇੱਕ ਡਿਊ ਪ੍ਰੋਸੈਸ ਹੁੰਦਾ ਵੈ, ਔਰ ਉਹ ਪ੍ਰੋਸੈਸ ਜਿਹੜਾ ਵੈ ਉਹ ਪਰਸੈਪਸ਼ਨਸ ਦੇ ਨਾਲ ਤੇਜ਼ ਜਾਂ ਲੇਟ ਨਹੀਂ ਹੁੰਦਾ। ਵੱਡੇ ਤੋਂ ਵੱਡੇ ਬੇਅਦਬੀ ਕਾਂਡ ਦੇ ਵਿੱਚ ਔਰ ਬਾਈਬਲ ਕਲਾਂ ਦੇ ਵਿੱਚ ਤੁਸੀਂ ਦੇਖ ਲਏ ਹੋਵੋਗੇ ਵੀ ਕਿਸ ਤਰ੍ਹਾਂ ਲੋਕ ਅਪਰੂਵਰ ਬਣ ਰਹੇ ਹੈਗੇ ਆ, ਕਿਸ ਤਰ੍ਹਾਂ ਲੋਕ ਜਿਹੜੇ ਉਹ ਜ਼ਾਲਮ ਜਿਹੜੇ ਅਫਸਰਾਂ ਦੇ ਅਗੇਂਸਟ ਆ ਕੇ ਖੜੇ ਹੋ ਰਹੇ ਹੈਗੇ ਆ, ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਆਈਜੀ ਦੇ ਲੈਵਲ ਦੇ ਬੰਦੇ ਜਿਹੜੇ ਆ ਫੜ ਕੇ ਅੰਦਰ ਦਿੱਤੇ ਗਏ ਹੋਏ ਹੈਗੇ ਆ। ਤੋ ਇੱਕ ਜਿਹੜੀ ਪ੍ਰੋਸੈਸਿਸ ਚੱਲਦੇ ਪਏ ਆ, ਕਿਉਂਕਿ ਅਲਟੀਮੇਟਲੀ ਗੱਲ ਸਜ਼ਾ ਜਿਹੜੀ ਦੇਣੀ ਹੈ ਨਾ ਜੀ, ਸਜ਼ਾ ਦੇਣੀ ਹੈ ਕੋਰਟਸ ਨੇ, ਜੁਡੀਸ਼ੀਅਲ ਪ੍ਰੋਸੈਸ ਨੇ। ਤੋ ਇਹ ਐਗਜ਼ੈਕਟਿਵ ਦਾ ਫਰਜ਼ ਬਣਦਾ ਵਾ ਕਿ ਵੀ ਉਹ ਕੋਈ ਇਹੋ ਜਿਹਾ ਲਕੂਨਾ ਜਾਂ ਲੂਪ ਹੋਲ ਨਾ ਛੱਡੇ ਜਿਹਦੇ ਵਿੱਚੋਂ ਦੀ ਉਹ ਬੰਦਾ ਭੱਜ ਕੇ ਜਿਹੜਾ ਵਾ ਬਾਹਰ ਬਰੀ ਹੋ ਜਾਏ ਔਰ ਬਾਹਰ ਨੂੰ ਕਵੇ ਜੀ ਮੈਂ ਤਾਂ ਦੇਖੋ ਜੀ ਬਿਲਕੁਲ ਪਾਕ ਸਾਫ ਸੀਗਾ। ਸੋ ਮੇਰਾ ਆਪਣਾ ਇਹ ਮੰਨਣਾ ਮੈਂ ਵੀ ਜਿੰਨੀ ਸਮਝਦਾਰੀ ਨਾਲ, ਜਿੰਨਾ ਇਹ ਡੈਲੀਕੇਟ ਆ ਔਰ ਜਿੰਨੇ ਇਹਨਾਂ ਨੇ ਫੁੱਟਪ੍ਰਿੰਟਸ ਉਹਦੇ 'ਚ ਮਟਾਏ ਹੋਏ ਆ, ਤੁਸੀਂ ਦੇਖੋ ਕਈ ਇਹਨਾਂ ਨੇ ਉਹਦੇ ਵਿੱਚ ਜਿਹੜੇ ਉਹਦੇ ਸਬੂਤ ਸੀਗੇ ਉਹ ਮਿਟ ਚੁੱਕੇ ਹੋਏ ਆ। ਉਹ ਸਬੂਤ ਜਿਹੜੇ ਆ ਉਹ ਨਸ਼ਟ ਹੋ ਚੁੱਕੇ ਨੇ, ਉਹ ਇਹਨਾਂ ਨੂੰ ਬਚਾ ਸਕਦੇ ਨੇ। ਪਰ ਇਹ ਬੜਾ ਜ਼ਰੂਰੀ ਹੈ, ਮਤਲਬ ਮੈਂ ਦੂਜੇ ਪੁਆਇੰਟ ਕਿ ਵੀ ਜਿਹੜੀ ਸਿੱਟ ਹੈਗੀ ਹੈ ਉਹ ਸਿੱਟ ਤਾਂ ਹੀ ਕਾਮਯਾਬ ਹੈਗੀ ਹੈ ਜੇ ਉਹ ਹਰ ਇੱਕ ਜਿਹੜਾ ਲੂਪ ਹੋਲ ਹੈ, ਉਹ ਜਿਹੜੀ ਚੋਰ ਮੋਰੀ ਹੈ ਉਸ ਨੂੰ ਬੰਦ ਕਰੇ, ਤੇ ਇਹ ਜਿਹੜੇ ਬੰਦੇ ਹੈਗੇ ਨੇ, ਇਹ ਜਿਹੜੇ ਵੀ ਗਿਲਟੀ ਨੇ, ਉਹ ਉਹਦੇ ਵਿੱਚੋਂ ਬਚ ਕੇ ਨਾ ਨਿਕਲ ਸਕਣ। ਰਮਨ ਜੀ, ਅੱਜ ਅਕਾਲੀ ਦਲ ਨਿਗਾਰ ਵੱਲ ਹੈ, ਕਾਂਗਰਸ ਪਾਰਟੀ ਖੇਤੀ ਆਰਡੀਨੈਂਸ ਦੀ ਗੱਲ ਲੱਗ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਸੋਸ਼ਲ ਮੀਡੀਆ ਤੇ ਡੰਕੇ ਵਜਾ ਰਹੀ ਆ ਅਕਾਲੀ ਦਲ ਦੀ ਜਿਹੜੀ ਦਸ਼ਾ ਹੋ ਰਹੀ ਆ ਉਹਦੇ ਉੱਤੇ। ਪਰ ਤੁਹਾਨੂੰ ਨਹੀਂ ਲੱਗ ਰਹੀ ਅਕਾਲੀ ਦਲ ਡਾਊਨ ਤੇ ਜਾਊਗਾ, ਉਸ ਦਾ ਨੁਕਸਾਨ ਵੀ ਕਾਂਗਰਸ ਪਾਰਟੀ ਨੂੰ ਝੱਲਣਾ ਪਏਗਾ ਜੀ? ਦੇਖੋ, ਮੈਂ ਇੱਕ ਗੱਲ, ਪਹਿਲੀ ਗੱਲ ਤਾਂ ਅਕਾਲੀ ਦਲ ਜਿਹੜਾ ਨਿਗਾਰ 'ਚ ਜਾ ਰਿਹਾ ਹੈਗਾ ਵਾ, ਉਹ ਆਪਣੇ ਕਰਤੂਤਾਂ ਕਰਕੇ ਜਾ ਰਿਹਾ ਜੀ, ਠੀਕ ਹੈ। ਉਹਨਾਂ ਨੂੰ ਜਿਹੜਾ ਨਿਕਾਰਿਆ ਲੋਕਾਂ ਨੇ, ਉਹ ਵੀ ਆਪਣੇ ਕਰਤੂਤਾਂ ਕਰਕੇ ਨਿਕਾਰਿਆ ਜੀ। ਸੋ ਮੇਰਾ ਇਹ ਮੰਨਣਾ ਹੈਗਾ ਵਾ ਕਿ ਇਹਦੇ ਨਾਲ ਕਾਂਗਰਸ ਨੂੰ ਨੁਕਸਾਨ ਹੋਏਗਾ ਤੇ ਬੈਨੀਫਿਟ ਹੋਏਗਾ, ਇਹ ਤਾਂ ਗੱਲ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਦੱਸੇਗੀ। ਪਰ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਜਿਹੜੇ ਮੁੱਦੇ ਕਿਸਾਨੀ ਦੇ ਹੈ, ਬੇਰੁਜ਼ਗਾਰੀ ਦੇ ਹੈ, ਆਰਥਿਕਤਾ ਦੇ ਹੈ, ਹੋਰ ਵਾਤਾਵਰਨ ਦੇ ਆ, ਇਹ ਮੁੱਦੇ ਬੜੇ ਗੰਭੀਰ ਨੇ। ਹਰ ਸਰਕਾਰ ਨੂੰ ਇਸ 'ਤੇ ਜਿਹੜਾ ਵਾ ਆਪਣਾ ਚੌਕਸੀ ਦੇਣੀ ਪੈਣੀ ਹੈ ਔਰ ਇਹਦੇ ਲਈ ਆਪਣੇ ਹੀਲੇ ਵਸੀਲੇ ਜਿਹੜੇ ਕ੍ਰੀਏਟ ਕਰਨੇ ਪੈਣੇ ਆ, ਰਿਸੋਰਸਿਸ ਕ੍ਰੀਏਟ ਕਰਨੇ ਪੈਣੇ ਆ, ਕਿਉਂਕਿ ਅਲਟੀਮੇਟਲੀ ਕੁਆਲਿਟੀ ਆਫ ਲਾਈਫ ਜਦ ਤੱਕ ਅਸੀਂ ਲੋਕਾਂ ਨੂੰ ਨਹੀਂ ਦੇਵਾਂਗੇ ਤਦ ਤੱਕ ਸਾਨੂੰ ਲੋਕ ਜਿਹੜਾ ਵਾ ਸਾਨੂੰ ਉਹਦਾ ਫਤਵਾ ਨਹੀਂ ਦੇਣਗੇ ਦੁਬਾਰਾ ਆਉਣ ਦਾ ਕਿ ਵੀ ਤੁਸੀਂ ਦੁਬਾਰਾ ਰੂਲ ਕਰੋ। ਇਹ ਗੱਲ ਬਿਲਕੁਲ ਠੀਕ ਹੈ ਕਿ
ਕਿ ਜਿਹੜੀ ਜਦੋਂ ਆਪੋਜੀਸ਼ਨ ਪਾਰਟੀ ਜਿਹੜੀ ਹੈਗੀ ਹੈ ਕਮਜ਼ੋਰ ਹੋ ਜਾਂਦੀ ਹੈ, ਕੁਝ ਲੋਕ ਜਿਹੜੇ ਹੈਗੇ ਆ ਉਹ ਕੰਪਲੀਸੈਂਟ ਹੋ ਜਾਂਦੇ ਆ, ਉਹ ਬੇਪਰਵਾਹ ਹੋ ਜਾਂਦੇ ਆ ਕਿ ਕੋਈ ਗੱਲ ਨਹੀਂ ਹੁਣ ਤਾਂ ਮੇਰਾ ਸਵਾਲ ਕਰਨ ਦਾ ਮਤਲਬ ਇਹੀ ਸੀ, ਪਹਿਲੀ ਗੱਲ ਤਾਂ ਇਹ ਆਪੋਜੀਸ਼ਨ 'ਚ ਨਹੀਂ ਹੈਗੇ, ਕੱਲ ਆਪੋਜੀਸ਼ਨ 'ਚ ਆਮ ਆਦਮੀ ਪਾਰਟੀ ਆ, ਸੋ ਆਮ ਆਦਮੀ ਪਾਰਟੀ ਦਾ ਗ੍ਰਾਫ ਥੋੜ੍ਹਾ ਜਿਹਾ ਉੱਪਰ ਜਾ ਰਿਹਾ, ਅਕਾਲੀ ਦਲ ਬਿਲਕੁਲ ਥੱਲੇ ਜਾ ਰਿਹਾ, ਉਸ ਪੱਖ ਤੋਂ ਮੈਂ ਗੱਲ ਕੀਤੀ ਸੀ ਜੀ। ਦੇਖੋ ਮੈਨੂੰ ਨਾ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੀ ਹੈ ਉਹਦੇ ਬਾਰੇ ਇੱਕ ਮੇਰੀ ਬੜੀ ਇੱਕ ਆਪਣੀ ਪਰਸਨਲ ਓਪੀਨੀਅਨ ਹੈ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਉਰੂਜ ਹੋਇਆ ਸੀਗਾ ਉਹ ਇੱਕ ਅਲਟਰਨੇਟ ਪੋਲਿਟਿਕਸ ਦਾ ਮਤਲਬ ਸਭ ਕੁਝ ਅਲਟਰਨੇਟ ਵੀ ਐਗਜ਼ਿਸਟਿੰਗ ਜਿਹੜੇ ਚੀਜ਼ ਹੈਗੀ ਆ ਉਸ ਤੋਂ ਅਸੀਂ ਵੱਖ ਕੀ ਹੈਗੇ ਆ, ਉਹਨਾਂ ਦੇ ਵਿੱਚੋਂ ਦੀ ਵੱਖ ਮੈਨੂੰ ਉਹਨਾਂ ਦੇ ਵਿੱਚ ਕੁਝ ਨਹੀਂ ਲੱਗਦਾ। ਉਹਨਾਂ ਦੇ ਵਿੱਚ ਕੋਈ ਮੈਨੂੰ ਇੰਟੈਲੀਜੈਂਟ ਜਿਹੜੀ ਕਹੀਏ ਕਿ ਵੀ ਟਾਕ ਨਹੀਂ ਹੋ ਰਹੀ, ਉਹਨਾਂ ਦੇ ਵਿੱਚੋਂ ਮੈਨੂੰ ਇਹ ਵੀ ਨਹੀਂ ਲੱਗਦਾ ਪਿਆ ਵੀ ਉਹ ਲੋਕ ਜਿਹੜੇ ਹੈਗੇ ਆ ਕੋਈ ਮੁੱਦਿਆਂ ਨੂੰ ਸਮਝਦੇ ਆ। ਲੀਡਰਸ਼ਿਪ ਜਿਹੜੀ ਹੈਗੀ ਆ ਉਹ ਸਟੈਂਡ ਅਪ ਕਮੇਡੀਅਨ ਟਾਈਪ ਦੇ ਹੈਗੇ ਆ, ਤਾਂ ਆਪਣਾ ਤਰੀਕਾ ਹੈਗਾ ਵੀ ਲੋਕ ਸਭ ਕੁਝ ਦੇਖ ਰਹੇ ਨੇ। ਉਹਨਾਂ ਦੇ ਵਿੱਚ ਜਿਹੜੀ ਉਹ ਕਹੀਏ ਪੋਲੀਟੀਕਲ ਮੈਚੁਰਿਟੀ ਪੰਜਾਬ ਵਰਗੀ ਸਟੇਟ ਨੂੰ ਚਲਾਉਣ ਦੀ ਉਹ ਪਹਿਲਾਂ ਵੀ ਨਹੀਂ ਸੀ, ਅੱਜ ਵੀ ਨਹੀਂ ਹੈ, ਮੈਨੂੰ ਇਸ ਲੀਡਰਸ਼ਿਪ 'ਚ ਤਾਂ ਮੈਨੂੰ ਦਿਖਦੀ ਨਹੀਂ। ਚਲੋ ਆਪਾਂ ਅਕਾਲੀ ਦਲ 'ਤੇ ਵੀ ਗੱਲ ਕਰ ਲਈ, ਆਮ ਆਦਮੀ ਪਾਰਟੀ 'ਤੇ ਵੀ ਗੱਲ ਕਰ ਲਈ, ਬੀਜੇਪੀ ਦਾ ਇਸ ਆਰਡੀਨੈਂਸ ਦੇ ਬਾਅਦ ਪੰਜਾਬ ਬੀਜੇਪੀ ਦੇ ਉੱਤੇ ਕੀ ਅਸਰ ਪਏਗਾ ਇਸ ਦਾ? ਇੱਕ ਤਾਂ ਇਹ ਹੈ ਕਿ ਵੀ ਪੰਜਾਬ ਬੀਜੇਪੀ ਦੇ ਵਿੱਚ ਕੋਈ ਕ੍ਰੈਡੀਬਲ ਲੀਡਰਸ਼ਿਪ ਨਹੀਂ ਹੈਗੀ। ਉਹ ਜਿਹੜੇ ਕੋਈ ਬਹੁਤ ਇਹਨਾਂ ਦੇ ਅੱਛੇ ਲੀਡਰ ਹੁੰਦੇ ਸੀਗੇ ਉਹ ਅਨਫੋਰਚੂਨੇਟਲੀ ਹੁਣ 올ਡ ਏਜ ਜਾਂ ਉਹਨਾਂ ਦੀ ਮੌਤ ਹੋ ਗਈ ਹੋਈ ਹੈ, ਜਿਨ੍ਹਾਂ ਦਾ ਨਾਮ ਹੁੰਦਾ ਸੀ ਔਰ ਜਿਹੜਾ ਐਗਜ਼ਰਟ ਵੀ ਕਰਦੇ ਸੀਗੇ। ਬੀਜੇਪੀ ਦਾ ਮੌਜੂਦਾ ਜਿਹੜਾ ਢਾਂਚਾ ਹੈਗਾ ਵਾ ਪੰਜਾਬ ਦੇ ਵਿੱਚ, ਮੈਨੂੰ ਲੱਗਦਾ ਵਾ ਵੀ ਉਹ ਘੱਟੋ ਘੱਟ ਹੁਣ ਪੰਜਾਬੀ ਤਾਂ ਉਹਨਾਂ ਨੂੰ ਐਕਸੈਪਟ ਕਰਨਗੇ ਹੀ ਨਹੀਂ। ਔਰ ਇਕੱਲਾ ਇੱਥੇ ਨਹੀਂ, ਮੈਂ ਇਹ ਵੀ ਸਮਝਦਾ ਮੈਂ ਵੀ ਆ ਜਿਹੜਾ ਇਸ ਆਰਡੀਨੈਂਸ ਦਾ ਇੰਪੈਕਟ ਉਹਨਾਂ ਦੀ ਹਰਿਆਣਾ ਦੇ ਵਿੱਚ ਵੀ ਪਵੇਗਾ। ਹਰਿਆਣਾ ਦੇ ਵਿੱਚ ਜਿਹੜੀ ਜੇਜੇਪੀ ਪਾਰਟੀ ਹੈਗੀ ਆ ਉਹਨਾਂ ਨੂੰ ਵੀ ਇਹਨਾਂ ਤੋਂ ਸਮਰਥਨ ਵਾਪਸ ਲੈਣਾ ਪਏਗਾ, ਕਿਉਂਕਿ ਉਹ ਵੀ ਫਾਰਮਰ ਬੇਸਡ ਪਾਰਟੀ ਹੈਗੀ। ਉਹ ਵੀ ਇੱਧਰ ਤਾਇਆ ਜੀ ਲੱਗਦੇ ਆ ਬਾਲ ਸਾਹਿਬ, ਸੁਖਬੀਰ ਬਾਦਲ ਜੀ ਦੇ। ਉਹ ਪਤਾ ਨਹੀਂ ਉਹਨਾਂ ਦਾ ਆਪਸ ਦੇ ਵਿੱਚ ਕੀ ਲੱਗਦੇ ਨੇ, ਚੌਟਾਲਾ ਦੇ ਨਾਲ ਉਹਨਾਂ ਦਾ ਬਿਲਕੁਲ ਠੀਕ ਹੈ ਰਿਲੇਸ਼ਨ ਹੈ, ਪਰ ਗੱਲ ਜਦੋਂ ਪੋਲਿਟਿਕਸ ਹੁੰਦੀ ਹੈ ਨਾ ਉਦੋਂ ਰਿਲੇਸ਼ਨ ਨਹੀਂ ਰਹਿੰਦੇ, ਮੁੱਦੇ ਹਾਵੀ ਹੋ ਜਾਂਦੇ ਨੇ। ਮੁੱਦਿਆਂ ਨੂੰ ਸਾਨੂੰ ਸਮਝਣਾ ਪੈਣਾ ਹੀ ਹੈ, ਜਿਹੜੇ ਲੋਕ ਮੁੱਦਿਆਂ ਨੂੰ ਨਹੀਂ ਸਮਝਦੇ ਉਹਨਾਂ ਨੂੰ ਫਿਰ ਪ੍ਰੋਬਲਮ ਆਏਗੀ। ਰਮਨ ਜੀ ਇਸ ਸਵਾਲ ਦੇ ਵਿੱਚ ਮੈਨੂੰ ਹੁਣੇ ਸਵਾਲ ਇਹ ਨਿਕਲ ਕੇ ਆਇਆ ਵਾ, ਇੱਥੇ ਅਕਾਲੀ ਦਲ ਦੀ ਗੱਲ ਕਰ ਲਈ ਤੁਸੀਂ, ਹਰਿਆਣਾ ਦੇ ਵਿੱਚ ਜੇਜੇਪੀ ਦੀ ਗੱਲ ਕਰ ਲਈ, ਅੱਗੇ ਬਿਹਾਰ ਆ ਜਾਂਦਾ ਉੱਥੇ ਵੀ ਛੋਟੀਆਂ ਪਾਰਟੀਆਂ, ਐਲਜੇਪੀ ਦੀ ਗੱਲ ਕਰ ਲਈਏ, ਹੋਰ ਗੱਲ ਕਰ ਲਈਏ, ਕਿਤੇ ਨਾ ਕਿਤੇ ਆਰਡੀਨੈਂਸ ਦੇ ਜ਼ਰੀਏ ਜਿਹੜੀ ਨਰਿੰਦਰ ਮੋਦੀ ਦੀ ਖੇਤਰੀ ਪਾਰਟੀ ਨੂੰ ਖਤਮ ਕਰਨ ਦੀ ਰਣਨੀਤੀ ਸੀ ਉਹ ਇਸ ਚੀਜ਼ ਦਾ ਹਿੱਸਾ ਤਾਂ ਨਹੀਂ ਹੈ? ਦੇਖੋ ਇਹ ਗੱਲ ਬਿਲਕੁਲ ਠੀਕ ਹੈ। ਇਹ ਜਿਹੜਾ ਖਦਸ਼ਾ ਜਿਹੜਾ ਤੁਸੀਂ ਜਤਾ ਰਹੇ ਹੋ, ਜਦੋਂ ਮੈਜੋਰਿਟੇਰੀਅਨਿਜ਼ਮ ਹੁੰਦਾ ਨਾ, ਜਦੋਂ ਤੁਸੀਂ ਸਮਝਦੇ ਹੋ ਵੀ ਅਸੀਂ ਮੈਜੋਰਿਟੀ ਦੇ ਵਿੱਚ ਹਾਂ, ਅਸੀਂ ਉਹ ਸਟੀਮ ਰੋਲ ਕਰਨ ਦੀ ਕੋਸ਼ਿਸ਼ ਕਰਦੇ ਆ ਡਿਸੈਂਟ ਨੂੰ, ਜਿਹੜਾ ਉਹ ਡਿਸੈਂਟ ਨੂੰ ਉਹ ਰਿਬੈਲੀਅਨ ਸਮਝ ਲੈਂਦੇ ਆ, ਉਹ ਉਹਨੂੰ ਹੋਰ ਇੱਕ ਨਾਮ, ਜਿਵੇਂ ਰਾਸ਼ਟਰ ਪ੍ਰੇਮ ਨੂੰ ਰਾਸ਼ਟਰਵਾਦ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਵੀ ਇਨਟੋਲਰੈਂਸ ਜਿਹੜੀ ਹੈ ਨਾ ਉਹ ਬੀਜੇਪੀ ਦਾ ਇੱਕ ਪ੍ਰੋਡਕਟ ਹੈਗਾ ਵਾ। ਔਰ ਬੀਜੇਪੀ ਦਾ ਨਹੀਂ, ਮੈਂ ਸਮਝਦਾ ਮੈਂ ਮੋਦੀ ਸ਼ਾਹ ਦੀ ਜਿਹੜੀ ਪੋਲਿਟਿਕਸ ਹੈ ਉਹਦਾ ਪ੍ਰੋਡਕਟ ਹੈ ਕਿ ਵੀ ਉਸ ਤੋਂ ਬਾਅਦ ਫਿਰ ਤੁਸੀਂ ਮੀਡੀਆ ਸਾਰਾ ਦਾ ਸਾਰਾ ਜਿਹੜਾ ਵਾ ਉਹਨੂੰ ਕੈਪਚਰ ਕਰ ਲਓ, ਫਿਰ ਮੀਡੀਆ ਉਹੀ ਗੱਲ ਬੋਲੇ। ਅੱਜ ਇਮੈਜਿਨ ਇਹ ਗੱਲ ਕਿ ਐਡਾ ਵੱਡਾ ਇਨਸੀਡੈਂਟ ਹੋ ਗਿਆ ਹੋਵੇ ਕਿ ਵੀ ਪਾਰਲੀਮੈਂਟ ਦੇ ਵਿੱਚ ਇੱਕ ਬੰਦਾ ਰਿਜ਼ਾਈਨ ਕਰਕੇ ਕੈਬਨਿਟ ਦਾ ਬਾਹਰ ਆ ਗਿਆ ਹੋਵੇ, ਔਰ ਜਿੰਨੇ ਨੈਸ਼ਨਲ ਚੈਨਲ ਹੈਗੇ ਨੇ ਉਹ ਬੇਤੁਕੀਆਂ ਗੱਲਾਂ ਤੇ ਆਪਣਾ ਚਾਈਨਾ ਤੇ ਗੱਲ ਕੋਈ ਨਹੀਂ ਕਰ ਰਿਹਾ, ਆਰਡੀਨੈਂਸ ਤੇ ਗੱਲ ਕੋਈ ਨਹੀਂ ਕਰ ਰਿਹਾ, ਬੇਰੁਜ਼ਗਾਰੀ ਤੇ ਗੱਲ ਨਹੀਂ ਕੋਈ ਕਰ ਰਿਹਾ। ਅੱਜ ਦੇ ਅਹਿਮ ਮੁੱਦੇ ਤਾਂ ਸੁਸ਼ਾਂਤ ਕੁਮਾਰ ਤੇ ਕੰਗਨਾ ਹੀ ਹੋ ਗਏ ਨਾ। ਮੇਰੀ ਗੱਲ ਨਹੀਂ ਸਮਝਦੇ ਪਏ ਉਹ ਨਾ, ਮੇਰਾ ਕਹਿਣ ਦਾ ਮਤਲਬ ਇਹ ਤਾਂ ਹੁਣ ਉਹ ਇਹ ਜਿਹੜਾ ਨੈਰੇਟਿਵ ਹੈ ਇਹ ਦੱਸਦਾ ਪਿਆ ਵੈ ਕਿ ਵੀ ਹੁਣ ਅਲਟੀਮੇਟਲੀ ਲੋਕੀ ਉਹ ਵੀ ਤਾਂ ਉਹਨਾਂ ਨੂੰ ਦੇਖਣਾ ਬੰਦ ਕਰ ਦੇਣਗੇ, ਕਿਉਂਕਿ ਗੱਲ ਤਾਂ ਇਹ ਵੈ ਨਾ ਵੀ ਜਿਹੜਾ ਜੁੱਤਾ ਮੈਂ ਪਾਇਆ ਮੈਨੂੰ ਤਕਲੀਫ ਦੇ ਰਿਹਾ ਵੈ, ਮੈਨੂੰ ਤਾਂ ਆਪਣੇ ਜੁੱਤੇ ਨਾਲ ਮਤਲਬ ਹੈ, ਮੈਨੂੰ ਤਾਂ ਆਹ ਮਤਲਬ ਹੈ ਵੀ ਮੇਰੇ ਘਰੇ ਰੋਟੀ ਬਚਦੀ ਕਿ ਨਹੀਂ ਬਚਦੀ, ਮੈਨੂੰ ਕੋਈ ਕਮਾਈ ਹੁੰਦੀ ਕਿ ਨਹੀਂ ਹੁੰਦੀ, ਮੇਰੇ ਬੱਚਿਆਂ ਨੂੰ ਬੇਰੁਜ਼ਗਾਰ ਮਿਲਦਾ ਕਿ ਨਹੀਂ ਮਿਲਦਾ। ਮੁੱਦੇ ਤਾਂ ਆਹ ਨੇ। ਜਦੋਂ ਅਸੀਂ ਔਰ ਇਹ ਮੁੱਦਿਆਂ ਨੂੰ ਜਿਹੜਾ ਮੈਂ ਇਹਨੂੰ ਗਵਾਉਣ ਦੀ, ਇਹਨਾਂ ਨੂੰ ਗਵਾਚਣ ਦੀ, ਇਹਨਾਂ ਨੂੰ ਡਿਫਲੈਕਟ ਕਰਨ ਦੀ ਜਿਹੜੀ ਸਟ੍ਰੈਟਜੀ ਦੇ ਵਿੱਚ ਹਾਲੇ ਤੱਕ ਮੋਦੀ ਕਾਮਯਾਬ ਰਹੇ ਨੇ, ਪਰ ਹੁਣ ਨਹੀਂ ਹੋ ਰਹੇ ਨੇ। ਤੁਸੀਂ ਦੇਖੋ ਕਿ ਪ੍ਰਧਾਨ ਮੰਤਰੀ ਦਾ ਜਨਮ ਦਿਨ ਬੇਰੁਜ਼ਗਾਰ ਦਿਵਸ ਹਾਂਜੀ ਤੇ ਵਿੱਚ ਮਨਾਇਆ ਜਾਵੇ, ਐਡੀ ਕਿੱਡੀ ਮਤਲਬ ਕਿੰਨੀ ਸ਼ਰਮ ਦੀ ਗੱਲ ਹੈ। ਮਤਲਬ ਉਹਦੇ ਵਿੱਚ ਤੁਹਾਨੂੰ ਲੋਕਾਂ ਇੱਕ ਮੈਂ ਕੱਲ੍ਹ ਲਿਖਿਆ ਸੀ ਕਿ ਅਨਹੈਪੀ ਨੇਸ਼ਨ ਸੈਲੀਬ੍ਰੇਟਸ ਦਾ ਹੈਪੀ ਬਰਥਡੇ ਆਫ ਇਟਸ ਪ੍ਰਾਈਮ ਮਿਨਿਸਟਰ। ਇਹ ਸਾਰਾ ਦੇਸ਼ ਤਾਂ ਦੁਖੀ ਹੈਗਾ ਵਾ। ਅਸੀਂ ਇਹ ਤਾਂ ਸਗੋਂ ਇਹਨਾਂ ਨੂੰ ਕਹਿ ਦੇਣਾ ਚਾਹੀਦਾ ਸੀ ਵੀ ਮੇਰਾ ਅੱਜ ਇਹ ਨਹੀਂ, ਮੈਂ ਨਹੀਂ ਇਹ ਕਰਦਾ, ਮੇਰੇ ਲਈ ਕੋਈ ਵੀ ਤੁਸੀਂ ਕੋਈ ਘੱਟੋ ਘੱਟ ਪ੍ਰਧਾਨ ਮੰਤਰੀ ਨੂੰ ਜਾਂ ਇਹਨਾਂ ਦੇ ਜਿਹੜੇ ਆਸੇ ਪਾਸੇ ਹੈਗੇ ਆ
ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਇਸ ਟਾਈਮ ਬੜਾ ਬੁਰਾ ਹਾਲ ਹੈਗਾ ਵਾ ਹਿੰਦੁਸਤਾਨ ਦਾ, ਸਾਨੂੰ ਥੋੜਾ ਜਿਹਾ ਨਿਮ ਕੇ ਚੱਲਣਾ ਚਾਹੀਦਾ ਵਾ, ਸਾਨੂੰ ਲੋਕਾਂ ਦੇ ਜਿਹੜਾ ਦੁੱਖ ਹੈਗਾ ਵਾ ਉਸ ਨੂੰ ਆਬਜ਼ਰਵ ਕਰਨਾ ਚਾਹੀਦਾ। ਤਾਂ ਮੈਂ ਜੀ ਆਖਰੀ ਸਵਾਲ ਲਊਂਗਾ ਜੀ, ਕਿਸਾਨ ਜਥੇਬੰਦੀਆਂ ਵੱਲੋਂ 20 ਤਰੀਕ ਤੋਂ ਸੰਘਰਸ਼ ਦਾ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾ ਰਿਹਾ ਹੈ, ਟ੍ਰੇਨਾਂ ਰੋਕਣ ਦੀ ਗੱਲ ਕੀਤੀ ਜਾਵੇ, ਪੰਜਾਬ ਬੰਦ ਕਰਨ ਦੀ ਵੀ ਗੱਲ ਤੁਰੀ ਹੈ, ਕਾਂਗਰਸ ਪਾਰਟੀ ਦੇ ਇੱਥੇ ਕੀ ਰੂਪਰੇਖਾ ਹੋਏਗੀ ਜੀ ਅੱਗੇ? ਸਾਡੀ ਯੂਥ ਕਾਂਗਰਸ ਵਾਲੇ ਆਲਰੇਡੀ ਦਿੱਲੀ ਚਲੋ ਦਾ ਪ੍ਰੋਗਰਾਮ ਚੱਲ ਰਿਹਾ ਹੈਗਾ ਵਾ। ਮੇਰੀ ਸੀਨੀਅਰ ਲੀਡਰਸ਼ਿਪ ਨਾਲ ਗੱਲ ਹੋਈ ਹੈਗੀ ਹੈ, ਉਹ ਕਿਸਾਨ ਜਥੇਬੰਦੀਆਂ ਨੂੰ ਸੀਐਮ ਸਾਹਿਬ ਨੇ ਖੁਦ ਕਹਿਤਾ ਵੀ ਅਸੀਂ ਤੁਹਾਡੇ ਨਾਲ ਹੈ। ਅਸੀਂ ਪੰਜਾਬ ਨੂੰ ਕਿਉਂ ਤਬਾਹ ਕਰਨਾ ਜੀ? ਪੰਜਾਬ ਦੇ ਵਿੱਚ ਤਾਂ ਕੋਈ, ਪੰਜਾਬ ਦੀ ਤਾਂ ਪੂਰੀ ਸਰਕਾਰ ਜਿਹੜੀ ਹੈਗੀ ਆ ਤੁਹਾਡੇ ਨਾਲ ਖੜੀ ਹੈ। ਪੰਜਾਬ ਦੀ ਹਰ ਤੁਹਾਡੇ ਕੋਲੇ ਹਰ ਤਰੀਕੇ ਦਾ ਜਿਹੜਾ ਰਿਸੋਰਸਿਸ ਹੈ, ਕਾਂਗਰਸ ਜਿਹੜੀ ਪਾਰਟੀ ਕੋਈ ਮੋਬਿਲਾਈਜ਼ ਕਰਨ ਦੀ ਲੋੜ ਪਵੇ ਤਾਂ ਅਸੀਂ ਕਰਨ ਨੂੰ ਤਿਆਰ ਹੈਗੇ। ਗੱਲ ਤਾਂ ਇਹ ਹੈ ਵੀ ਜਿਹੜੇ ਬੰਦਿਆਂ ਨੇ ਇਹ ਸਾਰਾ ਕਲੇਸ਼ ਪਾਇਆ ਵਾ ਅਸੀਂ ਤਾਂ ਉਹਨਾਂ ਦੇ ਬੂਹੇ ਭੰਨਣੇ ਆ ਨਾ। ਤੁਸੀਂ ਗੱਲ ਸਮਝਣ ਦੀ ਲੋੜ ਹੈ ਕਿ ਇਸ ਟਾਈਮ ਪ੍ਰੋਬਲਮ ਪੰਜਾਬ ਦੀ ਨਹੀਂ ਹੈ, ਪ੍ਰੋਬਲਮ ਦਿੱਲੀ ਦੀ ਹੈ। ਮੈਂ ਤਾਂ ਕਿਸਾਨ ਜਥੇਬੰਦੀਆਂ ਨੂੰ ਇਹ ਕਹੂੰਗਾ ਕਿ ਵੀ ਸਾਡੇ ਸੀਐਮ ਸਾਹਿਬ ਬਿਲਕੁਲ ਓਪਨ ਹਾਰਟਡ ਓਪਨ ਐਂਡਡ ਉਹਨਾਂ ਨੂੰ ਸਪੋਰਟ ਹੈਗੀ। ਉਹਨਾਂ ਨੇ ਕਹਿਤਾ ਵੀ ਜਿਸ ਤਰ੍ਹਾਂ ਦੀ ਮਰਜ਼ੀ ਤੁਸੀਂ ਸਾਡੇ ਤੋਂ ਸਪੋਰਟ ਲੈ ਲਓ। ਵਿਧਾਨ ਸਭਾ ਦੇ ਵਿੱਚ ਅਸੀਂ ਉਹਨਾਂ ਦੇ ਬਿੱਲ ਖਾਰਜ ਕਰ ਚੁੱਕੇ ਹੋਏ ਹਾਂ। ਮੈਂ ਅੱਜ ਇੱਕ ਤੁਹਾਨੂੰ ਗੱਲ ਦੱਸ ਦਿੰਦਾ, ਮੈਂ ਪੰਜਾਬ ਦੇ ਵਿੱਚ ਜਦ ਤੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੈ ਔਰ ਕਾਂਗਰਸ ਦੀ ਸਰਕਾਰ ਹੈ, ਇਸ ਬਿੱਲ ਦਾ ਕੌਮਾ ਫੁੱਲ ਸਟਾਪ ਵੀ ਇੰਪਲੀਮੈਂਟ ਨਹੀਂ ਹੋਊਗਾ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਸੋ ਇਹ ਸਨ ਰਮਨ ਸੁਬਰਾਮਨੀਅਮ ਜੀ, ਜਿਨ੍ਹਾਂ ਨੇ ਬੇਬਾਕੀ ਨਾਲ ਖੇਤੀ ਆਰਡੀਨੈਂਸ ਦੇ ਉੱਤੇ ਆਪਣੇ ਵਿਚਾਰ ਰੱਖੇ ਨੇ ਵੀ ਜਿਹੜਾ ਖੇਤੀ ਆਰਡੀਨੈਂਸ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਵਾ, ਮੁੱਖ ਮੰਤਰੀ ਦੀ ਅਗਵਾਈ ਦੀ ਸਰਕਾਰ ਦੇ ਵਿੱਚ ਉਸ ਆਰਡੀਨੈਂਸ ਨੂੰ ਪੰਜਾਬ ਦੇ ਵਿੱਚ ਇੰਪਲੀਮੈਂਟ ਨਹੀਂ ਕੀਤਾ ਜਾਏਗਾ, ਲਾਗੂ ਨਹੀਂ ਕੀਤਾ ਜਾਏਗਾ। ਸੋ ਜੇ ਕਿਸਾਨ ਜਥੇਬੰਦੀ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਬਾਬਤ ਵੀ ਇਹਨਾਂ ਨੇ ਦੱਸਿਆ ਵੀ ਪੰਜਾਬ ਦੀ ਸਰਕਾਰ ਵੱਲੋਂ ਪੂਰਨ ਸਮਰਥਨ ਹੈ ਕਿਸਾਨ ਜਥੇਬੰਦੀਆਂ ਨੂੰ। ਜੇ ਉਹ ਵੀ ਇਹਨਾਂ ਦਾ ਮੇਨ ਇਸ਼ੂ ਇਹ ਆ ਵੀ ਜਿਹੜਾ ਰੌਲਾ ਦਿੱਲੀ ਤੋਂ ਸ਼ੁਰੂ ਹੋਇਆ ਤਾਂ ਦਿੱਲੀ ਦੇ ਜਿਹੜੇ ਬੂਹੇ ਸਾਨੂੰ ਉਹ ਮੰਨਣੇ ਚਾਹੀਦੇ ਨੇ। ਭਾਵੇਂ ਯੂਥ ਕਾਂਗਰਸ ਵੱਲੋਂ ਦਿੱਲੀ ਚਲੋ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ। ਸੋ ਹੋਰ ਵੱਖ-ਵੱਖ ਰਾਜਨੀਤਿਕ ਮੁੱਦੇ 'ਤੇ ਸਾਡੀ ਗੱਲਬਾਤ ਹੋਈ ਹੈ। ਜਿਹੜਾ ਬੀਬੀ ਬਾਦਲ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਰਾਜਨੀਤਿਕ ਸਿਨੈਰੀਓ ਕੀ ਹੋਏਗਾ, ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ, ਬੀਜੇਪੀ ਦੀ ਗੱਲ ਕੀਤੀ ਜਾਵੇ, ਵੱਖ-ਵੱਖ ਮੁੱਦਿਆਂ 'ਤੇ ਰਮਨ ਸੁਬਰਾਮਨੀਅਮ ਨੇ ਆਪਣੇ ਵਿਚਾਰ ਰੱਖੇ ਨੇ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਪ੍ਰਭਜੀਤ ਦੇ ਨਾਲ ਵੇਖਦੇ ਰਹੋ ਪ੍ਰਾਈਮੋ ਦੇ। ਸਤਿ ਸ਼੍ਰੀ ਅਕਾਲ।